ਪਰਮ ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਆਨਲਾਈਨ ਕਲਾਸ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਪਿਛਲੇ ਤਕਰੀਬਨ 4 ਹਫ਼ਤਿਆਂ ਤੋਂ ਹਰ ਵੀਰਵਾਰ ਅਸੀਂ ਸਿੱਖ ਰਾਜ ਕਿਵੇਂ ਬਣਿਆ ਦੇ ਉੱਤੇ ਵਿਚਾਰ ਕਰ ਰਹੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਤੋਂ ਆਰੰਭ ਹੋਇਆ। ਅੱਗੇ ਨੂੰ ਤੁਰਦਾ ਤੁਰਦਾ ਇਤਿਹਾਸ ਅੱਜ ਅਸੀਂ ਉਸਦੇ ਤਕਰੀਬਨ ਚੌਥੀ ਜਾਂ ਪੰਜਵੀਂ ਕਿਸ਼ਤ ਹੈ ਜੋ ਅੱਜ ਆਪ ਜੀ ਨਾਲ ਸਾਂਝੀ ਕਰਨੀ ਹੈ। ਆਓ ਵੀਰ ਤੇਜਿੰਦਰ ਸਿੰਘ ਜੀ ਪਾਸੋਂ ਸਰਵਣ ਕਰੀਏ, ਸਿੱਖ ਰਾਜ ਕਿਵੇਂ ਬਣਿਆ। ਵੀਰ ਤੇਜਿੰਦਰ ਸਿੰਘ ਜੀ, ਕਿਰਪਾ ਕਰੋ, ਅੱਜ ਦੀ ਵਿਚਾਰ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ ਯੂਐਸਏ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਦੋ ਹੱਥ ਜੋੜ ਕੇ ਜੀ ਆਇਆਂ ਕਹਿਣਾ ਹਾਂ ਔਰ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਅਸੀਸ ਮੰਗਦਾ ਹਾਂ। ਜਿਵੇਂ ਕਿ ਆਪ ਜੀ ਨੇ ਪਿਛਲੇ ਵਿਚਾਰਾਂ ਦੇ ਵਿੱਚ ਇਹ ਸਰਵਣ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਸਿੰਘਾਂ ਨੇ ਆਪਣੀ ਜੱਦੋ-ਜਹਿਦ ਕੀਤੀ ਔਰ ਕਿਸ ਤਰ੍ਹਾਂ ਆਪਣੀਆਂ ਕੁਰਬਾਨੀਆਂ ਕੀਤੀਆਂ ਔਰ ਕੁਰਬਾਨੀਆਂ ਸਦਕਾ ਆਪਣੇ ਆਪ ਨੂੰ ਦਲ ਖਾਲਸਾ ਦੇ ਰੂਪ ਦੇ ਵਿੱਚ ਉਹਨਾਂ ਨੇ ਆਰਗੇਨਾਈਜ਼ ਕਰ ਲਿਆ। ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੇ ਅਕਾਲ ਚਲਾਣੇ ਤੋਂ ਬਾਅਦ, ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੋ ਸੰਘਰਸ਼ ਸੀ ਔਰ ਉਹਨਾਂ ਦੀ ਜਿਸ ਵੇਲੇ ਸ਼ਹਾਦਤ ਹੁੰਦੀ ਹੈ, ਬੜੀ ਦਰਦਨਾਕ ਸ਼ਹਾਦਤ ਹੈ, ਉਸ ਦਾ ਵਰਣਨ ਆਪ ਜੀ ਦੇ ਨਾਲ ਕੀਤਾ ਜਾ ਚੁੱਕਿਆ ਹੈ। ਔਰ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਸਿਰਾਂ ਦੇ ਮੁੱਲ ਪਏ ਔਰ ਕਿਸ ਤਰੀਕੇ ਦੇ ਨਾਲ ਜੰਗਲਾਂ ਬੀਆਬਾਨਾਂ ਦੇ ਵਿੱਚ ਸਿੰਘਾਂ ਨੂੰ ਘਰ ਘਾੜ ਛੱਡ ਕੇ ਜਿਹੜਾ ਹੈ ਜਾਣਾ ਪਿਆ ਔਰ ਆਪਣੇ ਆਪ ਨੂੰ ਹਰ ਕੁਰਬਾਨੀ ਵਾਸਤੇ ਤਿਆਰ ਕੀਤਾ ਸਿੰਘਾਂ ਨੇ। ਔਰ ਦਲ ਖਾਲਸਾ ਦੀ ਗੱਲ ਵੀ ਆਪ ਜੀ ਦੇ ਨਾਲ ਪਿਛਲੀ ਵਾਰੀ ਸਾਂਝੀ ਕੀਤੀ ਸੀ ਕਿ 14 ਅਕਤੂਬਰ ਸੰਨ 1745 ਈਸਵੀ ਨੂੰ ਜੋ ਸਾਰੇ ਸਿੰਘਾਂ ਨੇ ਮਿਲ ਕਰਕੇ ਜੋ ਗੁਰਮਤਾ ਕੀਤਾ ਸਰਬੱਤ ਖਾਲਸਾ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਸਾਰੇ ਜਥੇ ਜਿਹੜੇ ਸਨ ਉਹਨਾਂ ਨੂੰ ਇੱਕ ਰੀਆਰਗਨਾਈਜ਼ ਕੀਤਾ ਔਰ ਰੀਆਰਗਨਾਈਜ਼ ਕਰਕੇ ਉਸ ਦਾ ਨਾਂ ਇਕੱਠੀ ਫੌਜ ਦਾ ਦਲ ਖਾਲਸਾ ਰੱਖਿਆ ਗਿਆ। ਉਸ ਦੀ ਵੀ ਜਿਹੜੇ ਜਥੇਦਾਰ, ਮੁੱਖ ਜਥੇਦਾਰ ਸਨ, ਉਹ ਨਵਾਬ ਕਪੂਰ ਸਿੰਘ ਜੀ ਸਨ ਫੈਜ਼ਲਪੁਰੀਆ, ਔਰ ਉਹਨਾਂ ਦੇ ਨਾਲ ਜਿਹੜੇ ਹੋਰ ਤਕਰੀਬਨ ਜਿਹੜੇ ਹਨ ਉਹ 28-29 ਜਿਹੜੇ ਹੋਰ ਜਿਹੜੇ ਸਿੰਘ ਸਨ ਉਹ ਵੀ ਉਹਦੇ ਅੰਦਰ ਸ਼ਾਮਲ ਕੀਤੇ ਗਏ, ਜਿਹੜੇ ਵੱਖ-ਵੱਖ ਜਥਿਆਂ ਦੇ ਜਥੇਦਾਰ ਸਨ। ਸੋ ਇਹਨਾਂ ਜਥੇਦਾਰਾਂ ਨੇ, ਜਿਨ੍ਹਾਂ ਨੇ ਸਿੰਘਾਂ ਦੇ ਨਾਲ ਜ਼ਬਰਦਸਤੀ ਕੀਤੀ, ਉਹਨਾਂ ਦੀ ਮੁਖਬਰੀ ਕੀਤੀ, ਉਹਨਾਂ ਨੂੰ ਸੋਧਣ ਦਾ ਵੀ ਮਤਾ ਜਿਹੜਾ ਹੈ ਉਹ ਪਾਸ ਕੀਤਾ ਤੇ ਇਸ ਵਾਸਤੇ ਉਹਨਾਂ ਨੇ ਸਰਕਾਰ ਦੇ ਨਾਲ ਵੀ ਟੱਕਰ ਲੈਣ ਦਾ ਜਿਹੜਾ ਹੈ ਪ੍ਰੋਗਰਾਮ ਬਣਾਇਆ। ਤੇ ਇਹਨਾਂ ਜਥਿਆਂ ਨੇ ਸਾਰੇ ਇਲਾਕੇ ਦੇ ਅੰਦਰ ਜੋ ਸਰਕਾਰੀ ਖਜ਼ਾਨੇ ਸਨ ਉਹਨਾਂ ਨੂੰ ਲੁੱਟਣ ਦਾ ਜਿਹੜਾ ਹੈ ਪ੍ਰੋਗਰਾਮ ਬਣਾਇਆ ਔਰ ਇਸ ਤਰੀਕੇ ਨਾਲ, ਕਿਉਂਕਿ ਸਿੰਘ ਜਿਹੜੇ ਹਨ ਉਹ ਸਭ ਜਗ੍ਹਾ ਦੇ ਉੱਪਰ ਆਪਣੇ ਸ਼ਸਤਰਾਂ ਬਸਤਰਾਂ ਦੇ ਨਾਲ ਘੁੰਮਦੇ ਸਨ, ਤੋਂ ਉਹਨਾਂ ਦੀ ਪੰਜਾਬ ਦੇ ਅੰਦਰ ਇੱਕ ਤਰੀਕੇ ਨਾਲ ਬੜੀ ਜਿਹੜੀ ਹੈ ਉਹ ਚੜ੍ਹਤ ਹੋ ਗਈ। ਤੋਂ ਇਸ ਤਰੀਕੇ ਨਾਲ ਜਿਸ ਵੇਲੇ ਜਸਪਤ ਰਾਏ ਦਾ ਵੀ ਕਤਲ ਹੋਇਆ, ਜਿਸ ਨੂੰ ਜਲੰਧਰ ਦਾ ਫੌਜਦਾਰ ਬਣਾਇਆ ਸੀਗਾ,
ਉਸ ਨੂੰ ਜਸਪਤ ਰਾਏ ਨੇ ਹਟਾ ਕੇ ਰਾਏ ਨੂੰ ਜਲੰਧਰ ਦੀ ਫੌਜਦਾਰੀ ਤੋਂ ਹਟਾ ਕੇ ਅਹਿਮਦਾਬਾਦ ਦਾ ਫੌਜਦਾਰ ਬਣਾ ਦਿੱਤਾ ਸੀ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ ਜਿਹੜਾ ਹੈ। ਔਰ ਜਸਪਤ ਰਾਏ ਨੂੰ ਜਦੋਂ ਪਤਾ ਲੱਗਾ ਕਿ ਦੋ ਜਿਹੜੇ ਹਜ਼ਾਰ ਸਿੰਘ ਜਿਹੜੇ ਹਨ ਰੋੜੀ ਸਾਹਿਬ ਅਹਿਮਦਾਬਾਦ ਬੈਠੇ ਹਨ, ਤਾਂ ਉਹਨੇ ਸਖਤ ਹੁਕਮ ਭੇਜਿਆ ਕਿ ਇਸ ਵੇਲੇ ਮੇਰੇ ਇਲਾਕੇ ਵਿੱਚੋਂ ਚਲੇ ਜਾਓ। ਅੱਗੋਂ ਸਿੰਘਾਂ ਨੇ ਉੱਤਰ ਦਿੱਤਾ ਕਿ ਫੌਜਾਂ ਨੇ 3 ਦਿਨ ਤੋਂ ਲੰਗਰ ਨਹੀਂ ਛਕਿਆ, ਲੰਗਰ ਛਕ ਕੇ ਤੇ ਰਾਤ ਕੱਟ ਕੇ ਦਿਨੇ ਚਾਲੇ ਪਾ ਦਿੱਤੇ ਜਾਣਗੇ। ਤੋ ਜਸਪਤ ਰਾਏ ਨੇ ਇਹਨਾਂ ਵੀ ਲਿਹਾਜ਼ ਕਰਨ ਵਾਸਤੇ ਤਿਆਰ ਨਾ ਹੋਇਆ ਤੇ ਉਹਨੇ ਫੌਜ ਇਕੱਠੀ ਕਰਕੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਅੱਗੋਂ ਸਿੰਘਾਂ ਨੇ ਵੀ ਤਲਵਾਰਾਂ ਧੂ ਲਈਆਂ ਔਰ ਜਿਹੜੇ ਹਨ ਸਿਰ ਹਨ ਤਲੀ ਤੇ ਰੱਖ ਲਏ। ਬੜੀ ਘਮਸਾਨ ਦੀ ਲੜਾਈ ਹੋਈ। ਸਿੰਘ ਲੜਨਾ ਨਹੀਂ ਸਨ ਚਾਹੁੰਦੇ, ਪਰ ਲੜਾਈ ਬਦੋ ਬਦੀ ਉਹਨਾਂ ਦੇ ਗਲ ਪੈ ਗਈ। ਉਹ ਨਾਲੇ ਨਾਲ ਲੜਦੇ ਜਾਂਦੇ ਤੇ ਨਾਲੇ ਪਿਛੜ ਹਟਦੇ ਜਾਂਦੇ ਸਨ। ਅੰਤ ਦੋਵੇਂ ਧਿਰਾਂ ਬਦੋਕੀ ਗੁਸਾਈਆਂ ਕੋਲ ਅੱਪੜ ਪਏ। ਜਸਪਤ ਰਾਏ ਹਾਥੀ ਤੇ ਬੈਠਾ ਆਪਣੀਆਂ ਧਾੜਾਂ ਨੂੰ ਵੰਗਾਰ ਰਿਹਾ ਸੀ। ਉਹ ਸਰਦਾਰ ਨਿਬਾਹੂ ਸਿੰਘ ਰੰਗਰੇਟਾ ਦੀ ਨਿਗਾਹ 'ਚ ਪੈ ਗਿਆ। ਸਿੰਘ ਸ਼ੇਰ ਵਾਂਗ ਛਾਲ ਮਾਰ ਕੇ ਵੈਰੀ ਤੇ ਜਾ ਪਿਆ। ਹਾਥੀ ਦੀ ਪੂਛਲ ਫੜ ਕੇ ਉੱਤੇ ਚੜ ਗਿਆ ਤੇ ਤਲਵਾਰ ਨਾਲ ਜਸਪਤ ਰਾਏ ਦਾ ਸਿਰ ਲਾ ਲਿਆ। ਫੌਜਦਾਰ ਦਾ ਡਿੱਗਣਾ ਸੀ ਜਾਂ ਗਾਂਡਵੀਆਂ ਧਾੜਾਂ ਦਾ, ਤਨਖਾਹਦਾਰ ਸਿਪਾਹੀਆਂ ਦਾ, ਭਾਈਦਿਆਂ ਦਾ ਪਤਾ ਨਾ ਲੱਗਾ। ਬਾਬਾ ਕਿਰਪਾ ਰਾਮ ਜੋ ਜਸਪਤ ਦਾ ਗੁਰੂ ਸੀ, ਉਹਨੇ 500 ਰੁਪਏ ਭੇਟਾ ਕਰਕੇ ਸਿੰਘਾਂ ਕੋਲੋਂ ਜਸਪਤ ਰਾਏ ਦਾ ਸਿਰ ਲਿਆ ਤੇ ਸੰਸਕਾਰ ਕੀਤਾ ਗਿਆ। ਜਿੱਥੇ ਬਦੋਕੀ ਗੁਸਾਈਆਂ ਅਜੇ ਤੱਕ ਜਸਪਤ ਦੀ ਸਮਾਧ ਜਿਹੜੀ ਹੈ ਉਹ ਲਖਪਤ ਰਾਏ ਦੀ ਬਣਾਈ ਹੋਈ ਹੈ। ਇਹ ਘਟਨਾ ਫਰਵਰੀ ਮਾਰਚ 1746 ਦੀ ਹੈ। ਜਸਪਤ ਨੂੰ ਮਾਰ ਕੇ ਐਮਨਾਬਾਦ ਤੇ ਜਾ ਪਏ ਤੇ ਸ਼ਹਿਰ ਦੇ ਅੰਦਰ ਜੋ ਵੀ ਫੌਜੀ ਸਨ ਉਹਨਾਂ ਨੂੰ ਔਰ ਜੋ ਸਰਕਾਰੀ ਸਮਾਨ ਸੀ ਉਸ ਨੂੰ ਉਹਨਾਂ ਨੇ ਲੁੱਟਿਆ ਤੇ ਰਾਵੀ ਦੇ ਚਲਾਮ ਵਾਲੇ ਪਾਸੇ ਨੂੰ ਜਾ ਵੜੇ। ਜਸਪਤ ਰਾਏ ਲਖਪਤ ਰਾਏ ਦੋਵੇਂ ਸਕੇ ਭਰਾ ਇੱਕ ਕਲਾਨੌਰ ਦੇ ਖੱਤਰੀ ਸਨ ਤੇ ਲਖਪਤ ਰਾਏ 1726 ਈਸਵੀ ਤੋਂ 21 ਮਾਰਚ 1747 ਤੱਕ ਇਹ ਲਾਹੌਰ ਦਾ ਦੀਵਾਨ ਗਵਰਨਰ ਵਜ਼ੀਰ ਰਿਹਾ ਹੈ। ਜਦ ਕਿ ਉਸਨੇ ਆਪਣੇ ਭਰਾ ਦੀ ਮੌਤ ਦੀ ਜਦੋਂ ਖਬਰ ਸੁਣੀ ਤਾਂ ਭਰਾ ਦੀ ਮੌਤ ਉਹਨੂੰ ਬੜਾ ਜ਼ਬਰਦਸਤ ਧੱਕਾ ਲੱਗਾ ਤੇ ਉਸ ਨੂੰ ਉਹਦੇ ਤਨ ਮਨ ਨੂੰ ਅੱਗ ਲੱਗ ਉੱਠੀ। ਉਹਨੇ ਗੁੱਸੇ ਵਿੱਚ ਕਸਮ ਖਾਧੀ ਕਿ ਹੁਣ ਮੈਂ ਸਿੱਖ ਪੰਥ ਮੁਕਾ ਕੇ ਹੀ ਦਮ ਲਵਾਂਗਾ। ਉਹਦਾ ਖਿਆਲ ਸੀ ਕਿ ਮੇਰੀ ਨਰਮੀ ਕਰਕੇ ਹੀ ਸਿੱਖ ਜਿਹੜੇ ਹਨ ਬਚੇ ਹੋਏ ਹਨ, ਨਹੀਂ ਤਾਂ ਮੈਂ ਮਿਟਾਉਣਾ ਚਾਹੁੰਦਾ ਤਾਂ ਇਹ ਬਚ ਨਹੀਂ ਸਨ ਸਕਦੇ। ਉਹਨੇ ਹੰਕਾਰ ਵਿੱਚ ਇੱਥੋਂ ਤੱਕ ਕਿਹਾ ਕਿ ਇੱਕ ਖੱਤਰੀ ਨੇ ਹੀ ਪੰਥ ਚਲਾਇਆ ਸੀ ਤੇ ਹੁਣ ਖੱਤਰੀ ਹੀ ਇਸ ਪੰਥ ਨੂੰ ਖਤਮ ਕਰੇਗਾ। ਉਹਦਾ ਇਸ਼ਾਰਾ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਸੀ। ਤੋ ਸਿੱਖਾਂ ਦੀ ਕਤਲੇਆਮ ਵਾਸਤੇ ਉਹਨੇ ਸੂਬਾਦਾਰ ਯਾਹੀਆ ਖਾਂ ਕੋਲੋਂ ਹੁਕਮ ਲਿਆ, ਜਿੱਥੇ ਵੀ ਕੋਈ ਸਿੱਖ ਮਿਲੇ ਉਸ ਨੂੰ ਕਤਲ ਕਰ ਦਿੱਤਾ ਜਾਏ। ਮੈਂ ਪਿਛਲੀ ਵਾਰੀ ਵੀ ਇਹਦਾ ਜ਼ਿਕਰ ਕੀਤਾ ਸੀ, ਅੱਜ ਸਿਰ ਰੀਕੈਪਚੁਲੇਟ ਕਰਨ ਵਾਸਤੇ ਆਪ ਜੀ ਨਾਲ ਦੁਬਾਰਾ ਸਾਂਝੀ ਕਰ ਰਿਹਾ ਤਾਂ ਕਿ ਲੜੀ ਬਚ ਸਕੇ। ਜਿਹੜਾ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਵੇ ਉਸ ਨੂੰ ਕਤਲ ਕਰ ਦਿੱਤਾ ਜਾਏ। ਸਿੱਖਾਂ ਦੇ ਸਿਰ ਵਾਸਤੇ ਇਨਾਮ ਦਿੱਤਾ ਜਾਏਗਾ। ਸਭ ਤੋਂ ਪਹਿਲਾਂ ਉਸਨੇ ਲਾਹੌਰ ਵਿੱਚ ਅਮਨ ਨਾਲ ਵਸਦੇ ਜਾਂ ਸਰਕਾਰੀ ਕੰਮਾਂ ਵਾਲੇ ਸਾਰੇ ਸਿੱਖ ਕੈਦ ਕਰ ਲਏ। ਇਹਨਾਂ ਵਿੱਚ ਨਾਮਵਰ ਲਾਹੌਰ ਦਾ ਕੋਤਵਾਲ ਸਰਦਾਰ ਸੁਬੇਗ ਸਿੰਘ ਤੇ ਉਸ ਦਾ ਬੇਟਾ ਜਵਾਨ ਬੇਟਾ ਸ਼ਾਹਬਾਜ਼ ਸਿੰਘ ਵੀ ਸੀ। ਇਹਨਾਂ ਦੋਨਾਂ ਨੂੰ ਵੀ ਧਰਮ ਤਬਦੀਲ ਕਰਨ ਵਾਸਤੇ ਕਿਹਾ ਗਿਆ ਤੇ ਜਦੋਂ ਇਹ ਦ੍ਰਿੜ ਰਹੇ ਤਾਂ ਇਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਇਸ ਇਤਿਹਾਸ ਨੂੰ ਆਪ ਭਲੀ ਭਾਂਤ ਜਿਹੜੇ ਆ ਉਹ ਸੁਣਦੇ ਆ ਰਹੇ ਹੋ। ਇਸ ਤੋਂ ਪਹਿਲਾਂ ਦਲ ਖਾਲਸਾ ਦੇ ਜੰਗੀ ਸਿੰਘ ਵੀ ਕਤਲ ਹੁੰਦੇ ਰਹੇ ਸਨ ਤੇ ਉਹ ਸਰਕਾਰੀ ਵੱਲੋਂ ਬਾਗੀ ਸਮਝੇ ਜਾਂਦੇ ਸਨ, ਪਰ ਇਸ ਵੇਲੇ ਸਿੱਖ ਹੋਣਾ ਹੀ ਜੁਰਮ ਕਰਾਰ ਦਿੱਤਾ ਗਿਆ। ਮੈਂ ਬੇਨਤੀ ਕਰਾਂ ਕਿ ਇਹ ਜੋ ਸੋਚ ਸੀ, ਜੋ ਜਸਪਤ ਰਾਏ ਦੀ ਜੋ ਸੋਚ ਸੀ ਸਾਡੇ ਸਾਹਮਣੇ, ਇਹ ਸੋਚ ਜਿਹੜੀ ਹੈ ਉਹ ਜਦੋਂ ਭਾਰਤ ਦੀ ਆਜ਼ਾਦੀ ਹੋਈ ਹੈ 1947 ਦੇ ਅੰਦਰ, ਤਾਂ ਉਸ ਵੇਲੇ ਵੀ ਹੋਮ ਮਿਨਿਸਟਰੀ ਤੋਂ ਇਹ ਸਰਕੂਲਰ ਨਿਕਲਿਆ ਸੀਗਾ ਕਿ ਸਿੱਖ ਜਰਾਇਮ ਪੇਸ਼ਾ ਕੌਮ ਨੇ। ਤੇ ਉਹੀ ਸੋਚ ਜਿਹੜੀ ਸਿੱਖਾਂ ਦੇ ਵਿਰੁੱਧ ਹੈ ਉਹੀ ਉਸ ਵੇਲੇ ਭਾਰਤੀ ਸਰਕਾਰ ਦੀ ਹੋਮ ਮਿਨਿਸਟਰੀ ਦੀ ਜਿਹੜੀ ਹੈ ਉਹ ਸੋਚ ਰਹੀ। ਤੇ ਉਹ ਸਰਕੂਲਰ ਜਿਹੜਾ ਹੈ, ਜਿਹੜੇ ਆਪਣਾ ICS ਸਰ ਕਪੂਰ ਸਿੰਘ ਜੀ ਨੇ, ਉਹ ਵੀ ਡਿਪਟੀ ਕਮਿਸ਼ਨਰ ਸਨ, ਉਹਨਾਂ ਕੋਲ ਹੀ ਪਹੁੰਚਿਆ। ਇਸ ਦਾ ਜ਼ਿਕਰ ਉਹਨਾਂ ਨੇ ਸਾਚੀ ਸਾਖੀ ਵਿੱਚ ਵੀ ਕੀਤਾ ਹੈ। ਤੇ ਇਸ ਤੋਂ ਇਹੀ ਗੱਲ ਹੈ ਕਿ ਉਹਨਾਂ ਨੇ ਜੁਰਮ ਪੇਸ਼ਾ ਕਰਾਰ ਕਰ ਦਿੱਤੇ ਗਏ ਸਾਰੇ ਸਿੱਖ ਹੋਣਾ ਹੀ।
ਤੋ ਜਾਨ ਬਚਾਉਣ ਦਾ ਇੱਕੋ ਹੀ ਢੰਗ ਸੀ ਕਿ ਇਸਲਾਮ ਧਾਰਨ ਕੀਤਾ ਜਾਏ। ਜਿਹੜੇ ਲਾਹੌਰ ਵਿੱਚ ਸ਼ਹਿਰੀ ਜਾਂ ਸਰਕਾਰੀ ਸਿੱਖ ਫੜੇ ਗਏ, ਉਹਨਾਂ ਦੇ ਕਤਲ ਦਾ ਹੁਕਮਤ ਲਖਪਤ ਰਾਏ ਵੱਲੋਂ ਦਿੱਤਾ ਗਿਆ। ਇਹ ਸੁਣ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ। ਸ਼ਹਿਰ ਦੇ ਪਤਵੰਤੇ ਸੱਜਣ, ਜਿਨ੍ਹਾਂ ਵਿੱਚ ਨਾਮਵਾਰ ਦੀਵਾਨ ਕੌੜਾ ਮੱਲ, ਕੁੰਜਾਹੀ ਮੱਲ, ਕਸ਼ਮੀਰੀ ਮੱਲ ਖੁਰਾਨਾ, ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਸਿੰਘ, ਦਿਲੇ ਰਾਮ, ਹਰੀ ਮੱਲ, ਹਰੀ ਸਿੰਘ, ਗੁਲਜ਼ਾਰ ਸਿੰਘ ਤੇ ਭਾਈ ਦੇਸ ਰਾਏ ਸਨ, ਰਲ ਕੇ ਮੇਲਾ ਬਣਾ ਕੇ ਲਖਪਤ ਰਾਏ ਕੋਲ ਆਏ ਤੇ ਬੇਨਤੀ ਕੀਤੀ ਕਿ ਇਹਨਾਂ ਅਮਨ ਪਸੰਦ ਬੇਗੁਨਾਹ ਸਿੱਖਾਂ ਨੂੰ ਕਤਲ ਨਾ ਕੀਤਾ ਜਾਏ। ਮੈਂ ਇੱਥੇ ਬੇਨਤੀ ਕਰਾਂਗਾ ਕਿ ਜਸਪਤ ਰਾਏ ਔਰ ਲਖਪਤ ਰਾਏ ਇਹ ਦੋਨੋਂ ਭਰਾ ਸਨ ਤੇ ਦੋਨੋਂ ਹੀ ਸਿੱਖਾਂ ਦੇ ਕੱਟੜ ਵਿਰੋਧੀ ਸਨ। ਤੇ ਇਹ ਜਸਪਤ ਰਾਏ ਦੀ ਜਿਸ ਵੇਲੇ ਮੌਤ ਜਿਹੜੀ ਹੋ ਗਈ ਤਾਂ ਲਖਪਤ ਰਾਏ ਨੂੰ ਜਿਵੇਂ ਅੱਗ ਲੱਗ ਗਈ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ, ਤੇ ਉਹਨੇ ਇਹ ਸਖਤ ਹੁਕਮ ਜਿਹੜੇ ਹਨ ਸਿੱਖਾਂ ਦੇ ਵਿਰੁੱਧ ਜਾਰੀ ਕੀਤੇ। ਤੇ ਇਹ ਇਸ ਦਾ ਜ਼ਿਕਰ ਜਿਹੜਾ ਹੈ ਅਲਾਉਦੀਨ ਦੇ ਇਬਰਤਨਾਮਾ ਦੇ ਹਵਾਲੇ ਸਹਿਤ ਨਾਰੰਗ ਨੇ ਪੰਨਾ 218 ਪਰ ਵੀ ਕੀਤਾ ਹੈ। ਇਹ ਦੋਵੇਂ ਇਸਲਾਮ ਨਾ ਮੰਨਣ ਕਰਕੇ ਚਰਖੜੀ ਤੇ ਚੜਾਏ ਗਏ ਸਨ, ਜਿਹਦਾ ਸ਼ਾਹਬਾਜ਼ ਤੇ ਸੁਵੇਗ ਸਿੰਘ ਜੀ ਦਾ ਮੈਂ ਜ਼ਿਕਰ ਕੀਤਾ ਹੈ। ਇਸ ਸ਼ਹਾਦਤ ਦਾ ਜ਼ਿਕਰ ਸੀਤਲ ਤਰੰਗਾਂ ਦੇ ਵਿੱਚ ਵੀ ਆਉਂਦਾ ਹੈ। ਉਹਨਾਂ ਲਖਪਤ ਰਾਏ ਦੇ ਗੁਰੂ ਭਾਈ ਜਗਤ ਭਗਤ ਮਾਨਕ ਵਾਲੇ ਤੋਂ ਵੀ ਇਹ ਅਖਵਾਇਆ, ਪਰ ਲਖਪਤ ਕਿਸੇ ਦੀ ਨਾ ਮੰਨਿਆ। ਅੰਤ ਉਹਨਾਂ ਕਿਹਾ ਕਿ ਇੰਨੀ ਹੀ ਮੰਨ ਲੈ ਕਿ ਇਹ ਹੱਤਿਆ ਸੋਮਵਾਰੀ ਮੱਸਿਆ ਵਾਲੇ ਦਿਨ ਨਾ ਕੀਤੀ ਜਾਏ। ਪਰ ਲਖਪਤ ਰਾਏ ਇਹ ਵੀ ਨਾ ਮੰਨਿਆ। ਸੋ ਉਹ ਸਾਰੇ ਸਿੱਖ ਸੋਮਵਾਰੀ ਮੱਸਿਆ, ਮੈਂ ਬੇਨਤੀ ਕਰਾਂ ਕਿ ਸਿੱਖਾਂ ਦੇ ਅੰਦਰ ਕੋਈ ਸੋਮਵਾਰੀ ਮੱਸਿਆ ਜਾਂ ਕਿਸੇ ਸੰਗਰਾਂਦ ਦਾ ਜਾਂ ਪੂਰਨਮਾਸ਼ੀ ਦਾ ਕੋਈ ਵਿਚਾਰ ਨਹੀਂ ਹੈ, ਲੇਕਿਨ ਉਹ ਜਿਹੜੇ ਸਿੱਖਾਂ ਦੀ ਹਮਾਇਤ ਵਿੱਚ ਗਏ ਸਨ ਉਹ ਜ਼ਰੂਰ ਜਿਹੜੇ ਹਨ ਉਹ ਉਹਨਾਂ ਚੀਜ਼ਾਂ ਨੂੰ ਮੰਨਦੇ ਹੋਣਗੇ, ਤੇ ਉਹਨਾਂ ਨੇ ਇਹ ਬੇਨਤੀ ਜਿਹੜੀ ਹੈ ਉਹਨੂੰ ਕੀਤੀ ਸੀਗੀ। ਲੇਕਿਨ ਸਿੱਖੀ ਦੇ ਵਿੱਚ ਇਹ ਸੋਮਵਾਰੀ ਜਾਂ ਮੰਗਲਵਾਰੀ ਜਾਂ ਬੁੱਧਵਾਰ ਦਾ ਕੋਈ ਵਿਚਾਰ ਨਹੀਂ ਹੈ। ਲਖਪਤ ਰਾਏ ਨੇ ਇਹ ਸਾਰੇ ਜਿਹੜੇ ਫੜੇ ਹੋਏ ਸਨ, ਇਸ ਨੂੰ 10 ਮਾਰਚ 1746 ਈਸਵੀ ਨੂੰ ਦਿਨ ਨਖਾਸ ਚੌਂਕ ਸ਼ਹੀਦਗੰਜ ਵਿੱਚ ਕਤਲ ਕਰ ਦਿੱਤੇ ਗਏ। ਫਿਰ ਇਲਾਕੇ ਵਿੱਚੋਂ ਵੀ ਸਿੱਖ ਫੜ ਕੇ ਕਤਲ ਕੀਤੇ ਗਏ। ਲਖਪਤ ਰਾਏ ਨੇ ਸ਼ਹਿਰ ਦੇ ਇਲਾਕੇ ਵਿੱਚ ਇਸ਼ਤਿਹਾਰ ਫੇਰ ਦਿੱਤਾ। ਉਹ ਇਸ਼ਤਿਹਾਰ ਕੀ ਸੀ, ਉਹ ਸਾਧ ਸੰਗਤ ਦੀ ਜ਼ਰੂਰ ਆਪ ਜੀ ਦੇ ਮੈਂ ਨਜ਼ਰ ਵਿੱਚ ਕਰਨਾ ਚਾਹੁੰਦਾ ਕਿ ਸਾਡਾ ਦੇਖੋ, ਸਾਡੇ ਨਾਲ ਅਸੀਂ ਇਹ ਸੋਚਦੇ ਹਾਂ, ਹੁਣ ਕਈ ਵਾਰੀ ਅਸੀਂ ਮਜ਼ਾਕ ਵੀ ਕਹਿ ਵੀ ਦੇਣਾ ਕਿ ਇੰਨਾ ਵਿਚਾਰ ਹੋ ਗਿਆ ਤੇ ਸਿੱਖ ਰਾਜ ਵਾਲੀ ਬਣਿਆ ਨਹੀਂ। ਦੇਖੋ ਇੰਨੀਆਂ ਕੁਰਬਾਨੀਆਂ ਨੇ ਉਸ ਸਿੱਖ ਰਾਜ ਬਣਨ ਦੇ ਵਿੱਚ, ਅਸੀਂ ਉਹਨਾਂ ਨੂੰ ਸੁਣਨ ਦਾ ਤੇ ਥੋੜਾ ਜਿਹਾ ਟੋਲਰੇਸ਼ਨ ਰੱਖੀਏ ਕਿ ਆਪਣੇ ਬਜ਼ੁਰਗਾਂ ਦਾ ਦੇਖੀਏ ਕਿੰਨਾ ਉਹਨਾਂ ਨੇ ਆਪਣੀ ਕੁਰਬਾਨੀ ਕਰਕੇ ਇਸ ਜਿਹੜੀ ਹੈ ਰਾਜ ਨੂੰ ਕਾਇਮ ਕਰਨ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਹ ਜੋ ਇਸ਼ਤਿਹਾਰ ਜੋ ਲਖਪਤ ਰਾਏ ਨੇ ਸ਼ਹਿਰ ਦੇ ਵਿੱਚ ਲਗਵਾ ਦਿੱਤਾ ਦੀਵਾਰਾਂ ਤੇ ਕਿ ਕੋਈ ਆਦਮੀ ਗੁਰੂ ਗ੍ਰੰਥ ਸਾਹਿਬ ਨਾ ਪੜ੍ਹੇ, ਆਮ ਗ੍ਰੰਥ ਨੂੰ ਪੋਥੀ ਕਿਹਾ ਜਾਵੇ, ਗ੍ਰੰਥ ਨਾ ਕਿਹਾ ਜਾਏ, ਕਿਉਂਕਿ ਗ੍ਰੰਥ ਕਹਿਣ ਤੇ ਸਿੱਖਾਂ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਿਕਲਦੇ ਹਨ ਤੇ ਉਹਨਾਂ ਦਾ ਅਕੀਦਾ ਉਸ ਪਾਸੇ ਵੱਲ ਜਾਂਦਾ ਹੈ। ਫਿਰ ਇੱਕ ਗੱਲ ਹੋਰ ਕਿ ਗੁੜ ਨੂੰ ਗੁੜ ਨਾ ਕਿਹਾ ਜਾਏ, ਉਸ ਨੂੰ ਰੋੜੀ ਕਿਹਾ ਜਾਏ ਜਾਂ ਭੇਲੀ ਕਿਹਾ ਜਾਏ, ਕਿਉਂਕਿ ਗੁੜ ਕਹਿਣ ਨਾਲ ਗੁਰੂ ਚੇਤੇ ਆਉਂਦਾ ਹੈ। ਦੇਖੋ ਕਿੰਨੀ ਨਾਕਸ ਜਿਹੜੀ ਆ ਉਹਨਾਂ ਦੀ ਸੋਚ ਹੈ। ਔਰ ਵਾਹਿਗੁਰੂ ਸ਼ਬਦ ਦਾ ਜਾਪ ਕੋਈ ਨਾ ਕਰੇ, ਕੋਈ ਵੀ ਵਾਹਿਗੁਰੂ ਸ਼ਬਦ ਆਪਣੇ ਮੂੰਹ ਦੇ ਉੱਪਰ ਨਾ ਲਿਆਏ, ਹੁਕਮ ਅਧੂਲੀ ਕਰਨ ਵਾਲੇ ਨੂੰ ਕਤਲ ਕੀਤਾ ਜਾਵੇਗਾ ਜਾਂ ਮੁਸਲਮਾਨ ਕੀਤਾ ਜਾਏਗਾ। ਸੋ ਸਿੱਖ ਧਰਮ ਦੇ ਜਿੰਨੇ ਗ੍ਰੰਥ ਹੱਥ ਲੱਗੇ, ਬੜੇ ਅਫਸੋਸ ਵਾਲੀ ਗੱਲ ਹੈ ਕਿ ਉਹ ਸਾਰੇ ਹੀ ਲਖਪਤ ਰਾਏ ਨੇ ਸਾੜ ਦਿੱਤੇ। ਹੁਣ ਕਈ ਵਾਰੀ ਅਸੀਂ ਪੁਰਾਤਨ ਗ੍ਰੰਥਾਂ ਦੀ ਗੱਲ ਕਰਨੇ ਆ ਤਾਂ ਉਸ ਵੇਲੇ ਜਿਹੜੇ ਵੀ ਗ੍ਰੰਥ ਸਨ, ਜਿਨੇ ਵੀ ਅਵੇਲੇਬਲ ਸਨ, ਉਹਨਾਂ ਸਾਰਿਆਂ ਨੂੰ ਹੀ ਲਖਪਤ ਰਾਏ ਨੇ ਸਾੜ ਦਿੱਤਾ। ਦਲ ਖਾਲਸਾ ਜਸਪਤ ਰਾਏ ਨੂੰ ਕਤਲ ਕਰਕੇ ਐਮਨਾਬਾਦ ਲੁੱਟ ਕੇ ਰਾਵੀ ਦੇ ਜੰਗਲਾਂ ਵਿੱਚ ਆ ਵੜਿਆ। ਸ਼ਹਿਰੀ ਸਿੱਖ ਦੇ ਕਤਲ ਤੋਂ ਵਿਹਲਾ ਹੋ ਕੇ ਲਖਪਤ ਰਾਏ ਦਲ ਖਾਲਸਾ ਦੇ ਨਾਸ਼ ਕਰਨ ਵਾਸਤੇ ਉਹਨੇ ਤਹੀਆ ਕਰ ਲਿਆ। ਲਾਹੌਰ ਦੀ ਸਾਰੀ ਫੌਜ ਸਣੇ ਤੋਪਖਾਨੇ ਦੇ ਇਲਾਕੇ ਦੇ ਸਭ ਫੌਜਦਾਰ ਤੇ ਚੌਧਰੀ ਆਪਣੀਆਂ ਧਾੜਾਂ ਸਣੇ ਲਖਪਤ ਰਾਏ ਦੇ ਨਾਲ ਸਨ। ਰਾਵੀ ਦੇ ਝੱਲਾਂ ਵਿੱਚ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਨੌ ਸਿੰਘ ਸ਼ੁਕਰ ਚੱਕੀਏ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਤੇ ਸਰਦਾਰ ਗੁਰਦਿਆਲ ਸਿੰਘ ਜੀ ਡੱਲੇਵਾਲੀਏ ਦੇ ਜਥੇ ਸਨ। ਲਖਪਤ ਦੀਆਂ ਫੌਜਾਂ ਨੇ
ਝੱਲ ਨੂੰ ਘੇਰਾ ਪਾ ਲਿਆ। ਉਦਾਲੇ ਤੋਪਾਂ ਜੰਬੂਰੇ ਬੀੜ ਦਿੱਤੇ ਤੇ ਲੱਗੇ ਗੋਲਾਬਾਰੀ ਕਰਨ। ਜਿਸ ਪਾਸੇ ਗੋਲੇ ਪੈਂਦੇ ਸਿੰਘ ਉਹ ਪਾਸਾ ਛੱਡ ਕੇ ਦੂਜੇ ਪਾਸੇ ਵੱਲ ਨਿਕਲ ਜਾਂਦੇ। ਦੂਜੇ ਪਾਸੇ ਛਾਪਾ ਮਾਰ ਕੇ ਵੈਰੀ ਦੀ ਫੌਜ ਦਾ ਨੁਕਸਾਨ ਕਰਕੇ ਫਿਰ ਝੱਲ ਵਿੱਚ ਜਾ ਵੜਦੇ। ਇਸ ਤਰ੍ਹਾਂ ਉਹ ਲੜਦੇ ਲੜਾਉਂਦੇ ਰਾਵੀ ਦੇ ਨਾਲ ਨਾਲ ਪਹਾੜਾਂ ਨੂੰ ਤੁਰੇ ਜਾਂਦੇ ਸਨ। ਅੱਗੇ ਅੱਗੇ ਸਿੱਖ ਤੇ ਪਿੱਛੇ ਪਿੱਛੇ ਟਿੱਡੀ ਦਲ। ਸਿੰਘਾਂ ਕੋਲ ਦਾਰੂ ਸਿੱਕਾ ਤੇ ਖਾਣਾ ਦਾਣਾ ਮੁੱਕ ਗਿਆ। ਬੜੀ ਔਖੀ ਬਣੀ। ਦੇਸ਼ ਦੁਸ਼ਮਣ ਤੇ ਹੱਥ ਪੱਲੇ ਕੁਝ ਨਾ। ਭਾਵ ਦੁਸ਼ਮਣ ਪਿੱਛੇ ਲੱਗਾ ਹੈ, ਲੇਕਿਨ ਹੱਥ ਪੱਲੇ ਦਾਣਾ ਤੇ ਗੋਲਾ ਬਰੂਦ ਖਤਮ ਹੋ ਚੁੱਕਾ ਹੈ। ਝੱਲ ਵਿੱਚ ਸ਼ਿਕਾਰ ਮਾਰ ਕੇ ਜਾਂ ਦਰਖਤਾਂ ਦੇ ਪੱਤਰ ਖਾ ਕੇ ਸਿੰਘ ਗੁਜ਼ਾਰਾ ਕਰਦੇ ਸਨ। ਧਨ ਸਿੱਖੀ ਧਨ ਕੁਰਬਾਨੀ ਉਹਨਾਂ ਦੀ। ਪਰ ਆਪਣੀ ਅਣਖ ਤੇ ਡਟੇ ਰਹੇ ਹੋ। ਅਸੀਂ ਈਨ ਨਹੀਂ ਮੰਨੀ, ਅਸੀਂ ਲੜਨਾ ਹੈ। ਲੜ ਕੇ ਭਾਵੇਂ ਸ਼ਹੀਦ ਵੀ ਹੋਈਏ, ਲੇਕਿਨ ਅਸੀਂ ਲੜਨਾ ਹੈ। ਇੱਕ ਦਿਨ ਸਿੰਘਾਂ ਨੇ ਵੈਰੀ ਦੀ ਫੌਜ ਉੱਤੇ ਸ਼ਾਮ ਵੇਲੇ ਹੱਲਾ ਬੋਲ ਦਿੱਤਾ, ਪਰ ਛੇਤੀ ਪਿਛਾਂਹ ਨੂੰ ਵਾਗਾ ਮੋੜ ਕੇ ਭੱਜ ਉੱਠੇ। ਵੈਰੀ ਨੇ ਸਮਝਿਆ ਕਿ ਸਿੱਖ ਪਿੜ ਛੱਡ ਕੇ ਦੂਰ ਨਿਕਲ ਗਏ ਹਨ, ਸੋ ਉਹ ਅਵੇਸਲੇ ਹੋ ਗਏ। ਅੱਧੀ ਰਾਤ ਸਿੰਘਾਂ ਨੇ ਵੈਰੀ ਦਲ ਉੱਤੇ ਬੜਾ ਕਹਿਰੀ ਹੱਲਾ ਬੋਲ ਦਿੱਤਾ। ਵੈਰੀ ਦੀ ਫੌਜ ਵਿੱਚ ਹਲਚਲ ਮਚ ਗਈ। ਕਿਸੇ ਨੂੰ ਇੱਕ ਦੂਜੇ ਦੀ ਸੁੱਧ ਲੈਣ ਦਾ ਵੀ ਸਮਾਂ ਨਾ ਮਿਲਿਆ। ਉਹਨਾਂ ਦੇ ਤਿਆਰ ਹੁੰਦਿਆਂ ਤੱਕ ਸਿੰਘ ਸੈਂਕੜੇ ਨੂੰ ਕਤਲ ਕਰਕੇ ਤੇ ਘੋੜੇ ਖੋਹ ਕੇ ਨਿਕਲ ਗਏ। ਇਸ ਹਮਲੇ ਨੇ ਵੈਰੀ ਦੀ ਫੌਜ ਤੋਂ ਬੜਾ ਬੇਹੌਸਲਾ ਕਰ ਦਿੱਤਾ, ਪਰ ਲਖਪਤ ਨੇ ਇਨਾਮ ਦਾ ਲਾਲਚ ਦੇ ਕੇ ਫਿਰ ਫੌਜਾਂ ਤਿਆਰ ਕਰ ਲਈਆਂ ਤੇ ਅੱਗੇ ਨਾਲੋਂ ਉਹ ਵਧੇਰੇ ਕੜਾਈ ਨਾਲ ਗੋਲਾਬਾਰੀ ਕਰਨ ਲੱਗਾ। ਸਿੰਘ ਛਾਪਾ ਮਾਰ ਕੇ ਫਿਰ ਝੱਲ ਵਿੱਚ ਜਾ ਵੜੇ। ਉਹਨਾਂ ਦਾ ਖਿਆਲ ਸੀ ਕਿ 2-4 ਦਿਨ ਖਪ ਖਪਾ ਕੇ ਲਖਪਤ ਵਾਪਸ ਮੁੜ ਜਾਏਗਾ, ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਵਾੜ ਦਾ ਛਾਪਾ ਬਣ ਕੇ ਚੰਬੜੇਗਾ, ਕਿ ਛੇਤੀ ਮਗਰੋਂ ਲਏਗਾ ਹੀ ਨਹੀਂ ਤਾਂ ਇਸ ਵੇਲੇ ਉਹ ਇਸ ਝੱਲ ਵਿੱਚੋਂ ਨਿਕਲ ਕੇ ਦੁਆਬੇ ਮਾਲਵੇ ਨੂੰ ਨਿਕਲ ਜਾਂਦੇ। ਅੱਗੇ ਅੱਗੇ ਸਿੰਘ ਤੇ ਪਿੱਛੇ ਪਿੱਛੇ ਲਖਪਤ ਬਸੋਹਲੀ ਦੀਆਂ ਪਹਾੜੀਆਂ ਵੱਲ ਹੋ ਤੁਰੇ। ਸਿੰਘਾਂ ਦਾ ਖਿਆਲ ਸੀ ਕਿ ਪਹਾੜੀਏ ਹਿੰਦੂ ਇਸ ਧਰਮ ਯੁੱਧ ਵਿੱਚ ਜੋ ਮੁਗਲ ਰਾਜ ਦੀ ਗੁਲਾਮੀ ਗਲੋਂ ਲਾਉਣ ਵਾਸਤੇ ਆਰੰਭ ਕੀਤਾ ਹੋਇਆ ਹੈ, ਸਾਡੀ ਜ਼ਰੂਰ ਮਦਦ ਕਰਨਗੇ। ਪਰ ਉਹ ਇਹ ਨਾ ਸਮਝੇ ਕਿ ਜੇ ਯਾਇਆ ਖਾਂ ਦਾ ਹਥਿਆਰ ਬਣ ਕੇ ਇੱਕ ਹਿੰਦੂ ਲਖਪਤ ਸਾਡੀ ਤਬਾਹੀ ਤੇ ਲੱਕ ਬੱਧੀ ਮਗਰ ਲਗਾ ਆ ਰਿਹਾ ਹੈ, ਤਾਂ ਅੱਗੋਂ ਪਹਾੜੀਏ ਕਦੋਂ ਮਿੱਤਰ ਬਣਨ ਲੱਗੇ ਹਨ। ਲਖਪਤ ਨੇ ਉਹਨਾਂ ਪਹਾੜੀਆਂ ਨੂੰ ਪਹਿਲਾਂ ਹੀ ਆਪਣੇ ਨਾਲ ਗੰਢ ਲਿਆ ਸੀ। ਲਖਪਤ ਨੇ ਉਹਨਾਂ ਪਹਾੜੀਆਂ ਨੂੰ ਨਾਲ ਗੰਢ ਕੇ ਤੇ ਕਰੜਾ ਹੁਕਮ ਵੀ ਭੇਜ ਦਿੱਤਾ ਉਹਨਾਂ ਨੂੰ ਕਿ ਕੋਈ ਸਿੱਖ ਬਚ ਕੇ ਨਾ ਨਿਕਲੇ। ਸਿੰਘਾਂ ਦੀ ਮਦਦ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਤੇ ਸਿੱਖ ਨੂੰ ਮਾਰਨ ਵਾਲੇ ਨੂੰ ਇਨਾਮ। ਦੋਹਾਂ ਪਾਸਿਆਂ ਤੋਂ ਸਿੱਖ ਜਿਹੜੇ ਹਨ ਉਹ ਇੱਕ ਤਰੀਕੇ ਨਾਲ ਅੰਡਰ ਅਟੈਕ ਸਨ। ਇਨਾਮ ਇਹ ਦੇਣਾ ਜਿਹੜਾ ਹੈ ਪਹਾੜੀਆਂ ਦੇ ਕੰਨਾਂ ਤੱਕ ਵੀ ਪੁੱਜ ਚੁੱਕਿਆ ਸੀਗਾ ਕਿ ਸਿੱਖ ਨੂੰ ਮਾਰਨ ਵਾਲੇ ਨੂੰ ਇਨਾਮ ਮਿਲੇਗਾ। ਸੋ ਹਜ਼ਾਰਾਂ ਪਹਾੜੀਏ ਅੱਗੋਂ ਹਥਿਆਰ ਲੈ ਕੇ ਸਿੰਘਾਂ ਦੇ ਟਾਕਰੇ ਤੇ ਆ ਖਲੇ, ਬਜਾਏ ਇਸ ਦੇ ਕਿ ਉਹ ਮਦਦ ਕਰਦੇ ਕਿ ਸਿੰਘ ਜਿਹੜੇ ਹਨ ਉਹ ਦੁਸ਼ਮਣ ਦੇ ਨਾਲ ਲੜ ਰਹੇ ਹਨ ਤੇ ਅਸੀਂ ਉਹਨਾਂ ਦੀ ਮਦਦ ਕਰੀਏ। ਪਰ ਇਨਾਮ ਦੇ ਲਾਲਚ ਆ ਕੇ ਪਹਾੜੀਏ ਜਿਹੜੇ ਹਨ ਅੱਗੋਂ ਆਪਣੇ ਹਥਿਆਰ ਲੈ ਕੇ ਸਿੰਘਾਂ ਨੂੰ ਅੱਗੋਂ ਟੱਕਰ ਪਏ। ਸਿੰਘਾਂ ਨੇ ਸਮਝਿਆ ਕਿ ਸਾਡੀ ਮਦਦ ਵਾਸਤੇ ਆਏ ਹਨ। ਜਥੇਦਾਰ ਦਾ ਹੁਕਮ ਸੁਣ ਕੇ ਸਿੰਘ ਪਹਾੜਾਂ ਤੇ ਚੜ ਚੱਲਣ। ਕੁਝ ਹਿੰਮਤ ਕਰਕੇ ਬਸੋਲੀ ਦੇ ਪਹਾੜਾਂ ਤੇ ਜਾ ਚੜੇ ਤੇ ਪਹਾੜਾਂ ਦੀਆਂ ਧਾੜਾਂ ਵੀ ਜਾ ਵੜੇ। ਉਹਨਾਂ ਨੂੰ ਪਤਾ ਤਦ ਲੱਗਾ ਜਦ ਪਹਾੜੀਆਂ ਨੇ ਉਹਨਾਂ ਨੂੰ ਫੜ ਲਿਆ ਤੇ ਮਗਰ ਆ ਰਿਹਾ ਉੱਤੇ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ। ਇਹ ਹਾਲ ਉਹਨਾਂ ਸਿੰਘਾਂ ਦਾ ਹੋਇਆ ਜੋ ਪੜੋਲ ਤੇ ਕਠੂਏ ਦੀਆਂ ਪਹਾੜੀਆਂ ਉੱਤੇ ਚੜੇ ਸਨ। ਸਿੰਘਾਂ ਨੂੰ ਹੁਣ ਪਤਾ ਲੱਗਾ ਕਿ ਅਸੀਂ ਕੁਥਾਏ ਫਸੇ ਹਾਂ। ਸਿੰਘ ਰਾਵੀ ਦੇ ਸੱਜੇ ਕੰਢੇ ਲਹਿੰਦੇ ਪਾਸੇ ਜਾ ਰਹੇ ਸਨ। ਹੁਣ ਸਾਹਮਣੇ ਉੱਚੇ ਪਹਾੜ ਤੇ ਵੈਰੀ ਪਹਾੜੀਏ, ਪਿਛਲੇ ਪਾਸੇ ਲਖਪਤ ਦੀਆਂ ਫੌਜਾਂ ਤੇ ਚੜ੍ਹਦੇ ਪਾਸੇ ਦਰਿਆ ਰਾਵੀ ਠਾਠਾ ਮਾਰ ਰਿਹਾ ਸੀ। ਸਲਾਹ ਹੋਈ ਕਿ ਰਾਵੀ ਟੱਪ ਕੇ ਮਾਝੇ ਨੂੰ ਨਿਕਲ ਚਲੋ। ਦਰਿਆ ਦੀ ਸੌ ਪਤਾ ਲੈਣ ਵਾਸਤੇ ਪਰਖਣ ਵਾਸਤੇ ਸਰਦਾਰ ਗੁਰਦਿਆਲ ਸਿੰਘ ਜੀ ਡਲੇਵਾਲੀਆ ਦੇ 2 ਭਰਾਵਾਂ ਨੇ ਰਾਵੀ ਵਿੱਚ ਘੋੜੇ ਸੁੱਟੇ, ਪਰ ਨਾ ਘੋੜੇ ਤੇ ਨਾ ਹੀ ਅਸਵਾਰ ਮੁੜ ਕੇ ਨਜ਼ਰ ਆਏ। ਦੋਨੋਂ ਹੀ ਰੁੜ ਗਏ। ਉਹਨਾਂ ਦੋਨਾਂ ਬਹਾਦਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣੇ ਬਾਕੀ ਭਰਾਵਾਂ ਨੂੰ ਸੁਚੇਤ ਕਰ ਦਿੱਤਾ ਔਰ ਰਾਵੀ ਵਿੱਚ ਰੁੜਨ ਤੋਂ ਬਚਾ ਲਿਆ।
ਸਿੱਖ ਸਰਦਾਰ ਸੋਚਾਂ ਵਿੱਚ ਪੈ ਗਏ ਕਿ ਹੁਣ ਕਿਹੜੇ ਪਾਸੇ ਹੋਈਏ। ਅੰਤੇ ਫੈਸਲਾ ਹੋਇਆ ਕਿ ਪਹਾੜੀਆਂ ਨਾਲ ਲੜ ਕੇ ਰਾਹ ਸਾਫ਼ ਕਰ ਲਈਏ। ਉਹਨਾਂ ਇਕੱਠਾ ਹੋ ਕੇ ਪਹਾੜੀਆਂ ਤੇ ਹੱਲਾ ਬੋਲ ਦਿੱਤਾ ਤੇ ਉਹਨਾਂ ਤੋਂ ਇੱਕ ਟਿੱਬਾ ਖੋਲਿਆ। ਪੈਦਲ ਤਾਂ ਉਹਦੇ ਉੱਤੇ ਚੜ ਗਏ, ਪਰ ਸਵਾਰਾਂ ਵਾਸਤੇ ਬੜੀ ਔਖੀ ਬਣੀ। ਉਹਨਾਂ ਦੇ ਘੋੜੇ ਪਹਾੜਾਂ ਉੱਤੇ ਕਿਵੇਂ ਚੜਨ? ਉਹ ਹਥਿਆਰਾਂ ਨਾਲ ਪਹਾੜ ਪੁੱਟ ਕੇ ਘੋੜੇ ਦੇ ਪੈਰ ਧਰਨ ਜੋਗੀ ਥਾਂ ਬਣਾਉਣ ਲੱਗੇ, ਪਰ ਕੋਈ ਘੋੜੇ ਇਸ ਤਰ੍ਹਾਂ ਥਿੜਕ ਕੇ ਖੱਡਾਂ ਵਿੱਚ ਜਾ ਪਏ ਤੇ ਮਰ ਗਏ। ਉੱਚੀਆਂ ਪਹਾੜੀਆਂ ਤੋਂ ਪਹਾੜੀਆਂ ਮੀਂਹ ਵਾਂਗ ਗੋਲੀਆਂ ਵਸਾ ਰਹੇ ਸਨ। ਅੰਤ ਸੁੱਖਾ ਸਿੰਘ ਨੇ ਹੁਕਮ ਦਿੱਤਾ ਕਿ ਜਾਨਾਂ ਦੀ ਪਰਵਾਹ ਨਾ ਕਰੋ ਤੇ ਪੈਦਲ ਸਿੰਘ ਪਹਾੜੀਆਂ ਚੜ ਜਾਓ। ਘੋੜ ਸਵਾਰਾਂ ਨੂੰ ਹੁਕਮ ਹੋਇਆ ਕਿ ਜਿੰਨਾ ਚਿਰ ਪੈਦਲ ਉੱਪਰ ਨਾ ਚੜ ਜਾਣ, ਉਹਨਾਂ ਚਿਰ ਲਖਪਤ ਦੀ ਫੌਜ ਨੂੰ ਰੋਕੀ ਰੱਖੋ ਤੇ ਫਿਰ ਵੈਰੀ ਦਲ ਨੂੰ ਚੀਰ ਕੇ ਲਾਹੌਰ ਵੱਲ ਨਿਕਲ ਚਲੋ। ਜਿਹੜੇ ਸਿੱਖ ਪਹਾੜੀ ਚੜ ਗਏ, ਉਹ ਵੈਰੀ ਨੂੰ ਮਾਰ ਕੁੱਟ ਕੇ ਅੱਗੇ ਨਿਕਲ ਗਏ ਤੇ ਅਸਵਾਰਾਂ ਨੇ ਪਿਛਾਂਹ ਦਾ ਰੁਖ ਕੀਤਾ। ਉਧਰ ਲਖਪਤ ਨੇ ਵੇਖਿਆ ਕਿ ਝੱਲਾਂ ਵਿੱਚ ਸਿੰਘ ਕਾਬੂ ਨਹੀਂ ਆਉਂਦੇ ਤੇ ਸ਼ਾਹੀ ਫੌਜਾਂ ਡਰਦੀਆਂ ਝੱਲਾਂ ਵਿੱਚ ਪੈਰ ਨਹੀਂ ਪਾਉਂਦੀਆਂ। ਸੋ ਉਹਨਾਂ ਮੁਲਖਈਆਂ ਇਕੱਠਾ ਕਰਕੇ ਝੱਲ ਵਢਾ ਕੇ ਵਿੱਚ ਰਾਹ ਬਣਾਉਣੇ ਚਾਹੇ। ਇਸ ਵਿੱਚ ਵੀ ਉਹਨਾਂ ਨੂੰ ਸਫਲਤਾ ਨਾ ਹੋਈ, ਕਿਉਂਕਿ ਸਿੰਘਾਂ ਨੇ ਝੱਲ ਸਾਫ਼ ਕਰਨ ਵਾਲੇ ਬੇਲਦਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਇਸ ਕੰਮ ਵਾਸਤੇ ਕੋਈ ਅਗਾ ਨਾ ਹੋਵੇ। ਲਖਪਤ ਨੇ ਝੱਲਾਂ ਨੂੰ ਅੱਗ ਲਵਾ ਦਿੱਤੀ। ਨਾਲ ਹੀ ਇਹ ਢੰਡੋਰਾ ਪਿਟਵਾਇਆ ਕਿ ਸਿੱਖਾਂ ਦਾ ਸਿਰ ਲਿਆਉਣ ਵਾਲੇ ਨੂੰ 5 ਰੁਪਏ ਇਨਾਮ ਦਿੱਤਾ ਜਾਏਗਾ। ਇਹ ਗੱਲ ਸੁਣ ਕੇ ਵੈਰੀ ਸਿੰਘਾਂ ਦੀ ਕਤਲੇਆਮ ਵਿੱਚ ਤੇਜ਼ ਹੋ ਗਏ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਨੇ ਕਿਹਾ, ਸਿੰਘੋ, ਕਿਉਂ ਜਾਨ ਲੁਕਾਉਂਦੇ ਹੋ ਕਿਉਂ ਜਾਨ ਲੁਕਾਉਂਦੇ ਫਿਰਦੇ ਹੋ? ਹੁਣ ਇਸ ਤਰ੍ਹਾਂ ਲੁਕ ਲੁਕ ਕੇ ਮਰਨ ਨਾਲੋਂ ਸਿੱਧੀ ਹੋ ਕੇ ਵੈਰੀ ਨਾਲ ਲੜ ਕੇ ਮਰੋ। ਆਓ ਮੇਰੇ ਮਗਰ ਆਓ, ਜਿਸ ਨੇ ਮਰਦਾਂ ਵਾਂਗ ਲਖਪਤ ਨਾਲ ਲੜਨਾ ਹੈ। ਇਹ ਲਲਕਾਰਾ ਸੁਣ ਕੇ ਸਤਿ ਸ੍ਰੀ ਅਕਾਲ ਤੇ ਰਾਜ ਕਰੇਗਾ ਖਾਲਸਾ ਦੇ ਜੈਕਾਰੇ ਛੱਡਦੇ ਹੋਏ ਸਿੰਘ ਵੈਰੀ ਉੱਤੇ ਟੁੱਟ ਪਏ। ਬੜੀ ਘਮਸਾਨ ਦੀ ਲੜਾਈ ਹੋਈ। ਲਖਪਤ ਜੰਬੂਰਿਆਂ ਦੇ ਵਿਚਕਾਰ ਲਾਲ ਅੰਬਾਰੀ ਵਾਲੇ ਹਾਥੀ ਉੱਤੇ ਬੈਠਾ ਸੀ। ਸਰ ਸੁੱਖਾ ਸਿੰਘ ਨੇ ਸੂਹ ਕੱਢ ਕੇ ਲਖਪਤ ਉੱਤੇ ਹੱਲਾ ਕੀਤਾ। ਸਿੰਘਾਂ ਨੂੰ ਆਉਂਦਾ ਵੇਖ ਕੇ ਲਖਪਤ ਹਾਥੀ ਤੋਂ ਘੋੜੇ ਤੇ ਆ ਬੈਠਾ ਤੇ ਨੱਸਣ ਦੀ ਸੋਚਣ ਲੱਗਾ। ਐਨ ਉਸ ਵੇਲੇ ਜੰਬੂਰੇ ਦਾ ਇੱਕ ਗੋਲਾ ਤਾਂ ਸੁੱਖਾ ਸਿੰਘ ਦੀ ਲੱਤ ਤੇ ਆ ਵੱਜਾ ਤੇ ਪੱਟ ਤੇ ਲੱਤ ਟੁੱਟ ਗਈ। ਸਿੰਘ ਨੇ ਪੱਗ ਪਾੜ ਕੇ ਲੱਤ ਹੰਨੇ ਨਾਲ ਛੇਤੀ ਛੇਤੀ ਬੰਨ ਲਈ ਤੇ ਫੇਰ ਲੜਨ ਲੱਗਾ। ਕਮਾਲ ਹੈ ਐਸੇ ਸਿੰਘ ਜਿਹੜੇ ਹਨ, ਜਿਨ੍ਹਾਂ ਨੂੰ ਇੰਨੀ ਸੱਟ ਲੱਗਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਆਪ ਨੂੰ ਮੈਦਾਨ ਤੋਂ ਪਿੱਛੇ ਰਿਟਾਇਰ ਨਹੀਂ ਕੀਤਾ। ਸਿੰਘ ਨੇ ਪਾੜ ਕੇ ਲੱਤ ਬੰਨ ਲਈ ਤੇ ਫੇਰ ਲੜਨ ਲੱਗਾ, ਪਰ ਉਹ ਆਪਣੇ ਨਿਸ਼ਾਨੇ ਤੇ ਨਾ ਪਹੁੰਚ ਸਕਿਆ। ਲਖਪਤ ਦੀ ਮਦਦ ਵਾਸਤੇ ਉਸ ਦਾ ਪੁੱਤਰ ਹਰਭਜ ਰਾਏ ਤੇ ਯਾਹਿਆ ਖਾਨ ਦਾ ਪੁੱਤਰ ਨਾਹਰ ਖਾਨ ਆਦਿ ਕਈ ਜਰਨੈਲ ਆ ਗਏ। ਸਰਦਾਰ ਸੁੱਖਾ ਸਿੰਘ ਦੀ ਮਦਦ ਵਾਸਤੇ ਜੱਸਾ ਸਿੰਘ ਤੇ ਹੋਰ ਕਈ ਸਰਦਾਰ ਆ ਗਏ। ਬੜੀ ਲਹੂ ਡੋਲਵੀਂ ਲੜਾਈ ਹੋਈ। ਇਸ ਵਿੱਚ ਸਿੱਖਾਂ ਨਾਲੋਂ ਲਖਪਤ ਦਾ ਕਈ ਗੁਣਾ ਵਧੇਰੇ ਨੁਕਸਾਨ ਹੋਇਆ। ਉਸ ਦਾ ਪੁੱਤਰ ਹਰਭਜ ਰਾਏ, ਸੂਬੇਦਾਰ ਯਾਹਿਆ ਖਾਨ ਦਾ ਪੁੱਤਰ ਨਾਹਰ ਖਾਨ, ਕਰਮ ਬਖਸ਼ ਫੌਜਦਾਰ ਰਸੂਲ ਨਗਰੀਆ ਤੇ ਮਕਸੂਰ ਖਾਨ ਆਦਿ ਕਈ ਸੂਰਮੇ ਸਿੰਘਾਂ ਹੱਥੋਂ ਮਾਰੇ ਗਏ। ਸਾਰਿਆਂ ਸਿੰਘਾਂ ਨੇ ਜੋਸ਼ ਨਾਲ ਫਿਰ ਹੱਲਾ ਬੋਲਿਆ ਤੇ ਵੈਰੀ ਨੂੰ ਚੀਰ ਕੇ ਅੱਗੇ ਨਿਕਲ ਗਏ। ਇਹ ਘਟਨਾ 2 ਜੇਠ 1803 ਬਿਕਰਮੀ ਦੀ ਹੈ। ਸਿੰਘਾਂ ਨੂੰ ਪੰਜੇ ਚੋਂ ਨਿਕਲ ਗਏ ਵੇਖ ਕੇ ਵੈਰੀ ਬੇਹੌਸਲਾ ਹੋ ਗਏ। ਥੋੜੀ ਦੂਰ ਜਾ ਕੇ ਸਿੰਘ ਵੀ ਜੰਗਲ ਦੇ ਆਸਰੇ ਡੇਰੇ ਲਾ ਦਿੱਤੇ। ਰਾਤ ਨੂੰ ਸੁੱਖਾ ਸਿੰਘ ਤੇ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ, ਬਹਾਦਰੋ, ਅਸੀਂ ਵੈਰੀ ਦੇ ਘੇਰੇ ਵਿੱਚੋਂ ਨਿਕਲ ਆਏ ਹਾਂ, ਪਰ ਭਲਕੇ ਨੂੰ ਉਹ ਫੇਰ ਸਾਡਾ ਪਿੱਛਾ ਕਰਨਗਾ। ਸਾਡਾ ਪੰਧ ਅਜੇ ਦੁਰੇੜਾ ਹੈ। ਉਸ ਪੰਧ ਵਾਸਤੇ ਸਾਨੂੰ ਘੋੜਿਆਂ, ਹਥਿਆਰਾਂ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਦੀ ਲੋੜ ਹੈ। ਸੋਚੋ ਉਹ ਸਾਨੂੰ ਕਿੱਥੋਂ ਮਿਲ ਸਕਦੀਆਂ ਹਨ। ਬਸ ਉਸੇ ਪੰਥ ਦੇ ਵੈਰੀ ਲੱਖੂ ਕੋਲੋਂ ਸਾਨੂੰ ਨੱਸ ਗਏ ਸਮਝ ਕੇ ਵੈਰੀ ਬੇਫਿਕਰੀ ਨਾਲ ਸੁੱਤਾ ਪਿਆ। ਇਹ ਵੇਲਾ ਹੈ ਸਾਡੀ ਸਫਲਤਾ ਦਾ। ਸੁੱਤੇ ਪਏ ਵੈਰੀ ਉੱਤੇ ਹੱਲਾ ਕਰੋ ਤੇ ਮਨ ਪਾਉਂਦਾ ਆਪਣਾ ਹਥਿਆਰ ਸਮਾਨ ਲੈ ਆਓ। ਉਹਨਾਂ ਮਰਦਾਂ ਦਾ ਹੌਸਲਾ ਵੇਖੋ। ਅਖੇ ਤਾਂ ਵੈਰੀ ਦੇ ਘੇਰੇ ਵਿੱਚੋਂ ਨਿਕਲਣ ਦਾ ਰਾਹ ਕੋਈ ਨਹੀਂ ਸੀ ਲੱਭਦਾ, ਤੇ ਜੇ ਮਰਾ ਕੇ ਬਾਹਰ ਨਿਕਲੇ ਹਨ ਤਾਂ ਭੌਂ ਕੇ ਵੈਰੀ ਉੱਤੇ ਚੋਟ ਕਰਨ ਦੀ ਵੀ ਧਾਰ ਲਈ। ਕਿਆ ਦਲੇਰੀ ਦੀ ਗੱਲ ਹੈ। ਗੁਰਮਤਾ ਪੱਕਾ ਹੋ ਗਿਆ। ਸੁੱਤੇ ਪਏ ਵੈਰੀ ਉੱਤੇ ਸਿੰਘਾਂ ਦੇ ਨੇ ਹੱਲਾ ਬੋਲ ਦਿੱਤਾ। ਜਿਹੜੇ ਕਾਬੂ ਆਏ ਤਲਵਾਰ ਦੀ ਧਾਰ ਲਗਾਏ ਤੇ ਜੋ ਕੁਝ ਹੱਥ ਲੱਗਾ ਸਮੇਟ ਕੇ ਚਲਦੇ ਬਣੇ। ਵੈਰੀ ਦੀਆਂ ਫੌਜਾਂ ਦੇ ਤਿਆਰ ਹੋਣ ਤੋਂ ਪਹਿਲਾਂ ਹੀ ਖਾਲਸਾ ਫੇਰ ਝੱਲ ਵਿੱਚ
ਆ ਜਿਹੜਾ ਹੈ ਉਹ ਪਹੁੰਚਿਆ। ਇਸ ਘਟਨਾ ਨੇ ਲਖਪਤ ਰਾਏ ਦੇ ਅੰਦਰੋਂ ਨਵੇਂ ਸਿਰਿਓਂ ਅੱਗ ਲਾ ਦਿੱਤੀ। ਭਰਾ ਦਾ ਸੱਲ ਜ਼ਖਮ ਅਜੇ ਭਰਿਆ ਨਹੀਂ ਸੀ ਕਿ ਨਵਾਂ ਪੁੱਤਰ ਦਾ ਸੱਲ ਸੀਨੇ ਪੈ ਗਿਆ। ਫਿਰ ਸਿੱਖਾਂ ਦੀ ਇਹ ਦਲੇਰੀ ਕਿ ਉਹ ਹਾਰ ਕੇ ਨੱਸੇ ਹੋਏ ਭੌਂ ਕੇ ਸ਼ਾਹੀ ਫੌਜ ਉੱਤੇ ਛਾਪਾ ਮਾਰਨ। ਲਖਪਤ ਨੇ ਮੁਲਖਈਆ ਇਕੱਠਾ ਕਰਕੇ ਢੋਲ ਵਜਾ ਕੇ ਚਾਲ ਵਿੱਚ ਸ਼ਿਕਾਰ ਵਾਂਗ ਸਿੰਘਾਂ ਨੂੰ ਭਾਲਣ ਦੇ ਤੇ ਲਾ ਦਿੱਤਾ। ਸਿੰਘ ਆਪਣਾ ਵਾਰ ਕਰਕੇ ਹਰਨ ਹੋਣ ਦੀ ਨੀਤੀ ਕਿ ਵਾਰ ਕਰੋ ਤੇ ਭੱਜੋ। ਉਹ ਰਾਵੀ ਦੇ ਸੱਜੇ ਕੰਢੇ ਲਾਹੌਰ ਨੂੰ ਆ ਰਹੇ ਸਨ। ਲਖਪਤ ਵੀ ਪਿੱਛਾ ਦਬਾਈ ਮਗਰੋਂ ਆ ਰਿਹਾ ਸੀ। ਸਿੰਘਾਂ ਨੇ ਰਾਵੀ ਪਾਰ ਹੋਣ ਦੀ ਠਾਨੀ। ਉਹ ਦੁਪਹਿਰ ਵੇਲੇ ਰਾਵੀ ਦੇ ਕੰਢੇ ਆ ਅਪੜੇ। ਦੱਬ ਤੇ ਕਾਨਿਆਂ ਦੇ ਤੂਲੇ ਬਣਾ ਕੇ ਸਿੰਘ ਰਾਵੀਓਂ ਪਾਰ ਹੋਏ। ਘੋੜ ਸਵਾਰ ਤਦ ਤੱਕ ਦਰਿਆ ਟੱਪ ਕੇ ਖੱਬੇ ਪਾਸੇ ਖੜੇ ਰਹੇ ਜਦ ਤੱਕ ਸਾਰਾ ਜਥਾ ਪਾਰ ਨਾ ਲੰਘ ਗਿਆ। ਅਗਲੇ ਪਾਸੇ 3 ਮੀਲ ਤੱਕ ਬਰੇਤੀ ਸੀ। ਅੱਗ ਵਾਂਗ ਤਪੀ ਹੋਈ ਰੇਤ ਤੇ ਪੈਦਲਾਂ ਵਿੱਚੋਂ ਬਹੁਤਿਆਂ ਦੇ ਪੈਰ ਨੰਗੇ। ਸਵਾਰ ਤਾਂ ਬਰੇੜਾ ਸੌਖੇ ਹੀ ਲੰਘ ਗਏ, ਪਰ ਪੈਦਲਾਂ ਦਾ ਭਾਦੀ ਤੇ ਬੁਰੀ ਬਣੀ। ਪੈਰੀ ਛਾਲੇ ਪੈ ਗਏ। ਉਹ ਤਨ ਦੇ ਕੱਪੜੇ ਪਾੜ ਕੇ ਪੈਰਾਂ ਤੇ ਬੰਨ੍ਹ ਕੇ ਉਸ ਮੁਸੀਬਤ ਚੋਂ ਨਿਕਲੇ। ਅੱਗੇ ਰਾਮ ਰੰਧਾਵੇ ਦਾ ਇਲਾਕਾ ਸੀ। ਉਹ ਆਪਣੀਆਂ ਧਾੜਾਂ ਲਈ ਸਿੰਘਾਂ ਦਾ ਰਾਹ ਰੋਕੀ ਖੜਾ ਸੀ। ਜਿਹੜੇ ਲਖਪਤ ਰਾਏ ਦੀਆਂ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਆਏ ਸਨ, ਉਹ ਰਾਮੇ ਦੀਆਂ ਵਾਰਾਂ ਦੇ ਰੋਕੇ ਕਦ ਰਹਿ ਸਕਦੇ ਸਨ। ਦੋ ਹੱਥ ਕਰਕੇ ਸਿੰਘ ਸ੍ਰੀ ਹਰਗੋਬਿੰਦਪੁਰ ਦੇ ਪੱਤਨ ਤੇ ਜਾ ਪੁੱਜੇ। ਇੱਥੇ ਬਿਆਸ ਟੱਪ ਕੇ ਉਹਨਾਂ ਦੁਆਬੇ ਵਿੱਚ ਜਾ ਦਿਹਾੜੀ ਕੱਟੀ। ਉੱਥੇ ਅੱਗੇ ਅਦੀਨਾ ਬੇਗ ਫੌਜ ਲੈ ਕੇ ਚੜ੍ਹ ਆਇਆ। ਉੱਥੇ ਵੀ ਸਿੰਘਾਂ ਨੂੰ ਟਿਕਣਾ ਔਖਾ ਹੋ ਗਿਆ। ਉਹ ਉੱਥੋਂ ਵਾਹੋ ਦਾਹੀ ਚੱਲੇ ਤੇ ਅਲੀਵਾਲ ਤੇ ਪਤਨੋਂ ਲੰਘ ਕੇ ਮਾਲਵੇ ਵਿੱਚ ਜਾ ਪੁੱਜੇ। ਜੱਸਾ ਸਿੰਘ ਕੋਟਕਪੂਰੇ, ਸਰਦਾਰ ਹਰੀ ਸਿੰਘ ਦਿਆਲਪੁਰੇ, ਸਰਦਾਰ ਨੌ ਸਿੰਘ ਪਥਰਾਲੇ ਤੇ ਬਾਬਾ ਦੀਪ ਸਿੰਘ ਨੇ ਲੱਖੀ ਜੰਗਲ ਵਿੱਚ ਜਾ ਡੇਰੇ ਲਾਏ। ਸਰਦਾਰ ਸੁੱਖਾ ਸਿੰਘ ਦਾ ਜਥਾ ਜੈਤੋ ਜਾ ਉਤਰਿਆ। ਉੱਥੇ ਉਸਨੇ ਲੱਤ ਖੋਲੀ ਤੇ ਫੱਟਵਨ ਤੋਂ ਬਣਾਈ। 5-6 ਮਹੀਨੇ ਉਹ ਇਸੇ ਤਕਲੀਫ ਨਾਲ ਮੰਜੇ ਤੇ ਪਿਆ ਰਿਹਾ। ਲੱਤ ਠੀਕ ਹੋ ਗਈ ਤਾਂ ਉਹ ਸੁਰਮਾ ਫਿਰ ਪਹਿਲਾਂ ਵਾਂਗ ਹੀ ਮੁਹਿੰਮਾਂ ਤੇ ਚੜ੍ਹਨ ਲੱਗਾ। ਜਿਹੜੇ ਸਿੰਘ ਪਹਾੜਾਂ ਤੇ ਚੜ੍ਹ ਗਏ ਸਨ, ਉਹਨਾਂ ਵੀ ਬੜੀ ਔਖਿਆਈ ਚੱਲੀ। ਪਹਾੜੀ ਉਹਨਾਂ ਦੇ ਵੈਰੀ ਬਣ ਗਏ। ਜੇ ਉਹ ਇੱਕ ਥਾਂ ਤੇ ਰਾਤ ਬਰਾਤੇ ਨੱਸ ਕੇ ਦੂਜੇ ਥਾਂ ਜਾਂਦੇ ਤਾਂ ਉਹੋ ਜਿਹਾ ਸਲੂਕ ਅੱਗੇ ਦੂਸਰਿਆਂ ਪਹਾੜੀਆਂ ਵੱਲੋਂ ਹੁੰਦਾ। ਉਹਨਾਂ ਨੂੰ ਮੁੱਲ ਨੂੰ ਕੋਈ ਵੀ ਚੀਜ਼ ਨਾ ਦਿੰਦਾ। ਬੜੀਆਂ ਔਕੜਾਂ ਕੱਟਦੇ। ਉਹ ਮੰਡੀ ਤੇ ਕੁੱਲੂ ਵਿੱਚ ਦੀਆਂ ਪਹਾੜੋਂ ਪਹਾੜੀ ਚੱਲਦੇ ਹੋਏ 5-6 ਮਹੀਨੇ ਪਿੱਛੋਂ ਕੀਰਤਪੁਰ ਜਾ ਪੁੱਜੇ। 6 ਮਹੀਨੇ ਪਿੱਛੋਂ ਸਿੰਘ ਚਿੱਠੀਆਂ ਪਾ ਕੇ ਤੇ ਸੁਨੇਹੇ ਘੱਲ ਕੇ ਇਕੱਠੇ ਹੋਏ। ਜਿਹੜੇ ਬਸੌਲੀ ਆ ਥਾਵਾਂ ਤੇ ਪਹਾੜੀਆਂ ਨੇ ਕੈਦ ਕਰਕੇ ਸਿੰਘ ਫੜਾਏ ਤੇ ਜਿਹੜੇ ਜਸਪਤ ਰਾਏ ਦੀ ਫੌਜ ਨੇ ਕੁਝ ਫੜੇ, ਸਾਰੇ ਲਾਹੌਰ ਲਿਆ ਕੇ ਬੁਰੇ ਤਸੀਹੇ ਦੇ ਕੇ ਕਤਲ ਕੀਤੇ ਗਏ। ਲਾਹੌਰ ਦੇ ਦਰਵਾਜ਼ਿਆਂ ਉੱਤੇ ਸਿੰਘਾਂ ਦੇ ਸਿਰਾਂ ਦੇ ਮਨਾਰੇ ਬਣਾਏ ਗਏ, ਪੈਰਾਮਿਡ ਬਣਾਏ ਗਏ। ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਆਰੰਭ ਵਿੱਚ ਲਖਪਤ ਰਾਏ ਨੇ ਸਿੰਘਾਂ ਉੱਤੇ ਚੜ੍ਹਾਈ ਕੀਤੀ ਤੇ ਜੂਨ 1746 ਦੇ ਅਖੀਰ ਵਿੱਚ ਵਾਪਸ ਮੁੜਿਆ। ਇਹਨਾਂ 2.5 ਮਹੀਨਿਆਂ ਵਿੱਚ ਹਜ਼ਾਰਾਂ ਸਿੰਘ ਕਤਲ ਹੋਏ। ਸਿੱਖ ਇਤਿਹਾਸ ਵਿੱਚ ਇਸ ਨੂੰ ਛੋਟਾ ਘੱਲੂਘਾਰਾ ਕਹਿੰਦੇ ਹਨ। ਡਾਕਟਰ ਗੰਡਾ ਸਿੰਘ ਸਿੱਖ ਇਤਿਹਾਸ ਬਾਰੇ ਪੰਨਾ 93-10 ਵਿੱਚ ਲਿਖਦੇ ਹਨ ਕਿ 10-12 ਹਜ਼ਾਰ ਸਿੰਘ ਸ਼ਹੀਦ ਹੋਏ, ਪਰ ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਦੇ ਪਿਤਾ ਸਰਦਾਰ ਰਾਏ ਸਿੰਘ ਇਸ ਘੱਲੂਘਾਰੇ ਵਿੱਚ ਸਰਦਾਰ ਸੁੱਖਾ ਸਿੰਘ ਦੇ ਜਥੇ ਨਾਲ ਸੀ, ਲਿਖਦੇ ਹਨ, ਕੋ ਕਹੇ ਮੋਏ 40,000, ਕੋ ਕਹੇ ਸਿੰਘ ਬਹੁ ਭਏ ਮਾਰ, ਕੋ ਕਹੇ ਸਿੰਘ 40,000 ਸਾਰੇ, ਤਿੰਨ ਮੇ ਬੱਚੇ 6-7 ਕੁ ਹਜ਼ਾਰ ਸਾਰੇ, ਕੋ ਕਹੇ ਦਲ ਆਹੇ 50,000, ਤਿੰਨ ਮੇ ਪਇਓ 40,000 ਕੋ ਨਾਸ, ਭਾਵ 30-40 ਹਜ਼ਾਰ ਮਾਰੇ ਗਏ। ਤੇ ਰਤਨ ਸਿੰਘ ਭੰਗੂ ਆਪਣੇ ਜੋ ਪ੍ਰਾਚੀਨ ਪੰਥ ਪ੍ਰਕਾਸ਼ ਹੈ ਉਸ ਦੇ ਪੰਨਾ 308 ਦੇ ਉੱਪਰ ਇਸ ਤਰ੍ਹਾਂ ਦਾ ਅੰਕਿਤ ਕਰਦਾ। ਕੁਦਰਤ ਨੂੰ ਇਹ ਪਾਉਂਦਾ ਸੀ ਕਿ ਸਿੱਖਾਂ ਨੂੰ ਸਿਰ ਉਠਾਉਣ ਦਾ ਸਮਾਂ ਮਿਲੇ, ਸੋ ਉਹਨਾਂ ਖਾਨ ਬਹਾਦਰ ਦੇ ਪੁੱਤਰਾਂ ਵਿੱਚ ਫੁੱਟ ਪਾ ਦਿੱਤੀ। ਸ਼ਾਹ ਨਵਾਜ਼ ਖਾਨ ਸਣੇ ਫੌਜ 21 ਨਵੰਬਰ 1746 ਈਸਵੀ ਨੂੰ ਸ਼ਾਲਾਮਾਰ ਬਾਗ ਆ ਉਤਰਿਆ। ਅਦੀਨਾ ਬੇਗ, ਕੌੜਾ ਮਲ ਤੇ ਹਸ਼ਮਤੁੱਲਾ ਖਾਨ ਵੀ ਉਸ ਨਾਲ ਆ ਮਿਲੇ। ਉਹਨਾਂ ਦੀਵਾਨ ਸੂਰਤ ਸਿੰਘ ਨੂੰ ਯਾਹਿਆ ਖਾਨ ਕੋਲ ਭੇਜਿਆ ਕਿ ਖਾਨ ਬਹਾਦਰ ਦੀ ਜਾਇਦਾਦ ਵਿੱਚੋਂ ਪੂਰਾ ਹਿੱਸਾ ਵੰਡ ਕੇ ਦੇਵੇ। ਯਾਹਿਆ ਖਾਨ ਨੂੰ ਵੀ ਆਪਣੀ ਤਾਕਤ ਉੱਤੇ ਮਾਣ ਸੀ, ਸੋ ਉਹ ਅੱਗੇ ਲੜਾਈ ਵਾਸਤੇ ਤਿਆਰ ਹੋ ਪਿਆ। ਉਹ ਸਣੇ ਆਪਣੇ ਮਤਾਇਤਾਂ
ਮੋਮਨ ਖਾਂ, ਲਖਪਤ ਰਾਏ, ਮੀਰ ਨਿਆਮਤ ਖਾਂ ਤੇ ਮੀਰ ਅਮੀਨ ਬੇਗ ਮੈਦਾਨ ਵਿੱਚ ਆ ਗਿਆ। ਦੋਵੇਂ ਭਰਾਵਾਂ ਵਿੱਚ ਚੰਗੀ ਤਲਵਾਰ ਖੜਕੀ। ਅਜੇ ਦੋਹਾਂ ਵਿੱਚੋਂ ਕਿਸੇ ਦੀ ਵੀ ਤਿਆਰੀ ਪੂਰੀ ਨਹੀਂ ਸੀ, ਸੋ ਯਾਹੀਆ ਖਾਨ ਨੇ ਸ਼ਾਹ ਨਵਾਜ਼ ਨੂੰ 6 ਲੱਖ ਰੁਪਏ ਦੇ ਕੇ ਸੁਲ੍ਹਾ ਕਰ ਲਈ। ਸ਼ਾਹ ਨਵਾਜ਼ ਖਾਂ ਲਾਹੌਰ ਛੱਡ ਕੇ ਬਟਾਲੇ ਨੂੰ ਚਲਾ ਗਿਆ ਤੇ ਉੱਥੇ ਯਾਹੀਆ ਖਾਨ ਦਾ ਬਹੁਤ ਸਾਰਾ ਇਲਾਕਾ ਮੱਲ ਲਿਆ। ਇਹ ਸੁਣ ਕੇ ਯਾਹੀਆ ਖਾਨ ਭੜਕ ਉੱਠਿਆ ਤੇ ਲੜਾਈ ਦੀ ਤਿਆਰੀ ਕਰਨ ਲੱਗਾ। ਪਰ ਇਸ ਤੋਂ ਪਹਿਲਾਂ ਹੀ ਯਾਹੀਆ ਖਾਨ ਹਮਲਾ ਕਰੇ ਸ਼ਾਹ ਨਵਾਜ਼ ਫਿਰ ਲਾਹੌਰ ਆ ਗਿਆ। 17 ਮਾਰਚ 1747 ਈਸਵੀ ਨੂੰ ਦੋਹਾਂ ਭਰਾਵਾਂ ਵਿੱਚ ਬੜੀ ਲਹੂ ਡੋਲਵੀਂ ਲੜਾਈ ਹੋਈ। ਇਸ ਜੰਗ ਵਿੱਚ ਯਾਹੀਆ ਖਾਨ ਹਾਰ ਗਿਆ। ਸ਼ਾਹ ਨਵਾਜ਼ 21 ਮਾਰਚ ਨੂੰ ਲਾਹੌਰ ਵਿੱਚ ਵੜਿਆ ਤੇ ਉੱਥੇ ਦਾ ਸੂਬੇਦਾਰ ਬਣਿਆ। ਉਹਨੇ ਯਾਹੀਆ ਖਾਨ, ਦੀਵਾਨ ਲਖਪਤ ਰਾਏ ਤੇ ਮੋਮਨ ਖਾਨ ਨੂੰ ਕੈਦ ਕਰ ਲਿਆ। ਉਹਨੇ ਪੁਰਾਣੇ ਸਾਰੇ ਅਫਸਰ ਹਟਾ ਕੇ ਨਵੇਂ ਥਾਪ ਦਿੱਤੇ। ਲਖਪਤ ਰਾਏ ਦੀ ਥਾਂ ਉਹਨੇ ਆਪਣਾ ਦੀਵਾਨ ਕੌੜਾ ਮੱਲ ਨੂੰ ਬਣਾਇਆ ਤੇ ਅਦੀਨਾ ਬੇਗ ਖਾਨ ਨੂੰ ਦੁਬਾਰਾ ਜਲੰਧਰ ਦੀ ਫੌਜਦਾਰੀ ਦਿੱਤੀ। ਸ਼ਾਹ ਨਵਾਜ਼ ਨੇ ਆਪਣੇ ਰਾਜਦੂਤ ਦਿੱਲੀ ਬਾਦਸ਼ਾਹ ਦੇ ਵਜ਼ੀਰ ਕੋਲ ਭੇਜੇ ਕਿ ਉਸ ਨੂੰ ਕਾਨੂੰਨੀ ਤੌਰ ਉੱਤੇ ਲਾਹੌਰ ਦਾ ਸੂਬੇਦਾਰ ਮੰਨ ਲਿਆ ਜਾਏ। ਯਾਹੀਆ ਖਾਨ ਦਿੱਲੀ ਦੇ ਵਜ਼ੀਰ ਕਮਰੂਦੀਨ ਖਾਨ ਦਾ ਜਵਾਈ ਸੀ। ਵਜ਼ੀਰ ਨੇ ਸ਼ਾਹ ਨਵਾਜ਼ ਨੂੰ ਲਿਖਿਆ ਕਿ ਪਹਿਲਾਂ ਯਾਹੀਆ ਖਾਨ ਨੂੰ ਰਿਹਾ ਕਰੋ, ਫਿਰ ਸੂਬੇਦਾਰ ਦੀ ਦਰਖਾਸਤ ਸੁਣੀ ਜਾਏਗੀ। तो अगों नवाज ने लिखा कि पहला मैनू सूबेदारी की चिट्ठी भेजो, फिर याहिया खान नूं रिहा किया जाएगा। इस झगड़े में कुछ समा जिहड़ा है वो लंघिया है। तो ये उन्हां दे आपस विच जिहड़े आपस विच झगड़े होए, लड़ाइयां होईयां। तो ये वो समा सी कि जिस वेले अफगानिस्तान का बादशाह अहमद शाह अब्दाली सी। अहमद शाह सदोजही घराने चों सी। उसका पिता कदे मुल्तान आ वसिया सी। इत्थे ही ਉਹਦੇ ਘਰ ਅਹਿਮਦ ਜੰਮਿਆ। ਨਾਦਰ ਤੇ ਬਾਦਸ਼ਾਹ ਬਣਨ ਤੋਂ ਕੁਝ ਚਿਰ ਪਹਿਲਾਂ ਅਹਿਮਦ ਦਾ ਪਿਤਾ ਜਮਾਨ ਖਾਂ ਤੇ ਵੱਡਾ ਭਰਾ ਜ਼ੁਲਫਕਾਰ ਖਾਂ ਫਿਰ ਆਪਣੇ ਪੁਰਾਣੇ ਘਰ ਸੂਬਾ ਹੈਰਾਤ ਵਿੱਚ ਜਾ ਵਸੇ। ਨਾਦਰ ਬਾਦਸ਼ਾਹ ਬਣਿਆ ਤਾਂ ਜ਼ਮਾਨ ਖਾਂ ਸਣੇ ਦੋਹਾਂ ਪੁੱਤਰਾਂ ਦੇ ਉਸ ਦੀ ਨੌਕਰੀ ਵਿੱਚ ਆ ਗਿਆ। ਆਪਣੀ ਕਾਬਲੀਅਤ ਦਾ ਸਦਕਾ ਜ਼ੁਲਫਕਾਰ ਖਾਂ ਦਾ ਹੈਰਾਤ ਸੂਬੇਦਾਰ ਬਣਿਆ ਤੇ ਅਹਿਮਦ ਸ਼ਾਹ ਨਾਦਰ ਦੀ ਫੌਜ ਦਾ ਪ੍ਰਧਾਨ ਜਿਹੜਾ ਹੈ ਉਹ ਸੈਨਾਪਤੀ ਬਣਿਆ। तो ये चेंजिस हैं ਜਿਹੜੇ ਉਸ ਵੇਲੇ ਹੋਏ ਹਨ ਕਿ ਅਹਿਮਦ ਸ਼ਾਹ ਅਬਦਾਲੀ, ਜਸਪਤ ਰਾਏ ਤੇ ਲਸਪਤ ਰਾਏ ਨੇ ਜਿਸ ਤਰੀਕੇ ਨਾਲ ਛੋਟੇ ਘੱਲੂਘਾਰੇ ਵਿੱਚ ਰੋਲ ਕੀਤਾ ਹੈ, ਹੁਣ ਜਿਹੜਾ ਹੈ ਉਹ ਸੀਨ ਦੇ ਉੱਪਰ ਅਹਿਮਦ ਸ਼ਾਹ ਜਿਹੜਾ ਹੈ ਉਹ ਬਾਦਸ਼ਾਹ ਬਣ ਕੇ ਤੇ ਉਸ ਨੇ ਅਫਗਾਨਿਸਤਾਨ ਦੇ ਵਿੱਚ ਆਪਣੀ ਬਾਦਸ਼ਾਹੀ ਸੰਭਾਲ ਲਈ। ਤੇ ਇਹ ਜਿਹੜਾ ਹੈ ਹੁਣ ਅਬਦਾਲੀ ਅਹਿਮਦ ਸ਼ਾਹ ਸ਼ਾਹ ਦੁਰਾਨੀ ਲਕਬ ਧਾਰਨ ਕਰਕੇ ਬਾਦਸ਼ਾਹ ਬਣਿਆ। ਸ਼ਾਹ ਵਲੀ ਖਾਂ ਉਸਦਾ ਵਜ਼ੀਰ ਤੇ ਜਹਾਨ ਖਾਂ ਪ੍ਰਧਾਨ ਸੈਨਾਪਤੀ ਬਣੇ। ਸਾਰੇ ਅਫਗਾਨਿਸਤਾਨ ਤੇ ਕਬਜ਼ਾ ਜਮਾ ਕੇ ਫਿਰ ਅਬਦਾਲੀ ਨੇ ਹਿੰਦੁਸਤਾਨ ਵੱਲ ਮੂੰਹ ਕੀਤਾ। ਉਸਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਤੇ ਉੱਥੋਂ ਦੇ ਪੁਰਾਣੇ ਸੂਬੇਦਾਰ ਨਾਸਰ ਖਾਨ ਨੂੰ ਉੱਥੋਂ ਮਾਰ ਭਜਾਇਆ। ਅਦੀਨਾ ਬੇਗ ਦੀ ਸਲਾਹ ਨਾਲ ਸ਼ਾਹ ਨਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਮਦਦ ਮੰਗੀ ਤੇ ਸੂਬਾ ਸੁਲਤਾਨ, ਮੁਲਤਾਨ, ਲਾਹੌਰ ਤੇ ਕਸ਼ਮੀਰ ਉੱਤੇ ਕਬਜ਼ਾ ਕਰਨ ਦੀ ਉਸ ਪਾਸ ਬੇਨਤੀ ਕੀਤੀ। तो ਇਹਨਾਂ ਨੇ ਹੀ ਅਹਿਮਦ ਸ਼ਾਹ ਅਬਦਾਲੀ ਨੂੰ ਇਨਵਾਈਟ ਕੀਤਾ, ਜਿਹੜਾ ਕਿ ਸਿੱਖਾਂ ਵਾਸਤੇ ਬਾਅਦ ਵਿੱਚ ਇੱਕ ਬੜਾ ਹੀ ਜਿਹੜਾ ਹੈ ਉਹ ਕਠਿਨ ਸਮਾਂ ਜਿਹੜਾ ਹੈ ਉਹ ਆਇਆ ਹੈ। ਉਹਨੇ ਲਿਖਿਆ ਕਿ ਬਾਦਸ਼ਾਹੀ ਅਹਿਮਦ ਸ਼ਾਹ ਦੀ ਹੋਵੇਗੀ ਤੇ ਵਜ਼ੀਰੀ ਸ਼ਾਹ ਨਵਾਜ਼ ਦੀ। ਅਦੀਨਾ ਬੇਗ ਨੇ ਇੱਧਰ ਤਾਂ ਸ਼ਾਹ ਨਵਾਜ਼ ਨੂੰ ਇਹ ਪੱਟੀ ਪੜ੍ਹਾਈ ਤੇ ਉਧਰ ਦਿੱਲੀ ਦੇ ਵਜ਼ੀਰ ਕਮਰੂਦਾਨ ਨੂੰ ਲਿਖ ਭੇਜਿਆ ਕਿ ਸ਼ਾਹ ਨਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾ ਲਿਆ ਹੈ। ਦੇਖੋ ਕਿੰਨੀ ਪੋਲਿਟਿਕਸ ਜਿਹੜੀ ਹੈ ਉਸ ਵਕਤ ਜਿਹੜੀ ਚੱਲ ਰਹੀ ਹੈ। ਵਜ਼ੀਰ ਸ਼ਾਹ ਨਵਾਜ਼ ਦਾ ਮਾਮਾ ਸੀ। ਉਹਨੇ ਬੜੇ ਪ੍ਰੇਮ ਨਾਲ ਰਿਸ਼ਤੇਦਾਰੀ ਦਾ ਵਾਸਤਾ ਪਾ ਕੇ ਸ਼ਾਹ ਨਵਾਜ਼ ਨੂੰ ਲਿਖਿਆ ਕਿ ਜਦ ਨੂੰ ਲੀਕ ਨਾ ਲਾ, ਦਿੱਲੀ ਦੇ ਬਾਦਸ਼ਾਹ ਨਾਲ ਗਦਾਰੀ ਕਰਨ ਦੀ ਥਾਂ ਲੁਟੇਰੇ ਅਬਦਾਲੀ ਦਾ ਟਾਕਰਾ ਕਰ। ਇਸ ਤਰ੍ਹਾਂ ਸੂਬਾ ਲਾਹੌਰ, ਮੁਲਤਾਨ, ਕਸ਼ਮੀਰ ਤੇ ਕਾਬਲ ਤੇਰੇ ਹੱਥ ਵਿੱਚ ਹੋਣਗੇ। ਤੇਰੇ ਮਾਮਾ ਇੱਕ ਨੇਕ ਕੰਮ ਵਿੱਚ ਜ਼ਰੂਰ ਤੇਰੀ ਮਦਦ ਕਰੇਗਾ। तो ਇਹ ਚਿੱਠੀ ਪੜ੍ਹ ਕੇ ਸ਼ਾਹ ਨਵਾਜ਼ ਅਬਦਾਲੀ ਨਾਲੋਂ ਟੁੱਟ ਕੇ ਦਿੱਲੀ ਦੇ ਬਾਦਸ਼ਾਹ ਨਾਲ ਇਹ ਗੰਢਿਆ ਗਿਆ। ਤੇ ਹੁਣ ਅਬਦਾਲੀ ਦਾ ਪਹਿਲਾ ਜਿਹੜਾ ਹੱਲਾ ਹੈ ਉਹ ਦਸੰਬਰ 1747 ਈਸਵੀ ਨੂੰ ਪਿਸ਼ਾਵਰ ਤੋਂ ਚੱਲ ਪਿਆ ਤੇ ਉਹਨੇ ਪਹਿਲਾ ਹੱਲਾ ਹਿੰਦੁਸਤਾਨ ਦੇ ਵਿੱਚ ਕੀਤਾ। ਉਹਨੇ ਆਪਣਾ ਇੱਕ ਜਿਹੜਾ ਐਂਬੈਸਡਰ ਰਾਜਦੂਤ ਗੁਰਾ ਖਾਂ ਲਾਹੌਰ ਭੇਜਿਆ। ਸ਼ਾਹ ਨਵਾਜ਼ ਅੱਗੋਂ ਉਹਦੀ ਗੱਲ ਤੱਕ ਨਾ ਸੁਣੀ ਕਿਉਂਕਿ ਉਹਦੇ ਉੱਤੇ ਦਿੱਲੀ ਦੇ ਵਜ਼ੀਰ ਦਾ ਜਾਦੂ ਚੱਲ ਗਿਆ। ਗੁਰਾ ਖਾਂ ਵਾਪਸ ਰੋਹਤਾਸ ਜਾ ਕੇ ਅਬਦਾਲੀ ਨੂੰ ਮਿਲਿਆ। ਅਬਦਾਲੀ ਨੇ ਫਿਰ ਆਪਣੇ ਸੈਯਦ ਮੁਰਸ਼ਦ ਸੈਯਦ ਸਾਬਰ ਸ਼ਾਹ ਨੂੰ ਲਾਹੌਰ ਭੇਜਿਆ। ਸ਼ਾਹ ਨਵਾਜ਼ ਨੇ ਸੜਦਾ ਬਲਦਾ ਸਿੱਕਾ ਢਾਲ ਕੇ ਸਾਬਰ ਖਾਂ ਦੇ ਮੂੰਹ ਵਿੱਚ ਪਾ ਕੇ ਮਾਰ ਦਿੱਤਾ। ਇਹ ਖਬਰ ਸੁਣ ਕੇ ਅਬਦਾਲੀ ਦਾ ਕ੍ਰੋਧ
ਜਿਹੜਾ ਹੈ ਉਹ ਸਿਖਰਾਂ ਤੇ ਪਹੁੰਚ ਗਿਆ ਤੇ ਛੇਤੀ ਛੇਤੀ ਉਹ ਪੰਧ ਮੁਕਾਉਂਦਾ ਹੋਇਆ 8 ਜਨਵਰੀ 1748 ਈਸਵੀ ਨੂੰ ਰਾਵੀ ਦੇ ਕੰਢੇ ਆ ਪੁੱਜਾ ਤੇ 10 ਜਨਵਰੀ ਨੂੰ ਰਾਵੀ ਕੰਢੇ ਸ਼ਾਹਦਰੇ ਆ ਬੈਠਾ। ਉਸ ਕੋਲ ਕੇਵਲ 18,000 ਫੌਜ ਤੇ ਤੋਪਖਾਨਾ ਕੋਈ ਨਹੀਂ ਸੀ। ਦੂਜੇ ਪਾਸੇ ਸ਼ਾਹ ਨਵਾਜ਼ ਮੀਰ ਮੋਰਚਾ ਮੱਲੀ ਬੈਠਾ ਸੀ। ਤੋ ਇਹ ਇਹਨਾਂ ਦੀ ਆਪਸ ਵਿੱਚ ਜਿਹੜੀ ਹੈ ਉਹ ਲੜਾਈ ਚੱਲਦੀ ਹੈ। ਤੋ ਇਸ ਦੇ ਵਿੱਚ ਸਿੱਖ ਜਿਹੜੇ ਹਨ ਉਹ ਥੋੜਾ ਜਿਹਾ ਸੁੱਖ ਦਾ ਜਿਹੜਾ ਹੈ ਉਹ ਆਪਣਾ ਜਿਹੜਾ ਹੈ ਉਹ ਸਮਾਂ ਬਤੀਤ ਕਰਦੇ ਹਨ, ਆਪਣੇ ਆਪ ਨੂੰ ਫਿਰ ਰੀਆਰਗੇਨਾਈਜ਼ ਕਰਨ ਦੀ ਉਹ ਕੋਸ਼ਿਸ਼ ਕਰਦੇ ਹਨ। ਔਰ ਫਿਰ ਅਬਦਾਲੀ ਦੀ ਹਾਰ ਵੀ ਹੁੰਦੀ ਹੈ 11 ਮਾਰਚ 1747 ਨੂੰ, ਫਿਰ ਤੇ ਲੜਾਈ ਵੱਡੀ ਹੁੰਦੀ ਹੈ। ਤੋ ਇਸ ਤਰ੍ਹਾਂ ਮੀਰ ਮਨੂ ਦੇ ਲਾਹੌਰ ਦੇ ਮੁਲਤਾਨ ਦਾ ਸੂਬੇਦਾਰ ਬਣਿਆ ਇਸੇ ਤਰ੍ਹਾਂ ਇਸੇ ਪੀਰੀਅਡ ਦੇ ਵਿੱਚ ਹੀ। ਤੇ ਅਹਿਮਦ ਸ਼ਾਹ ਬਾਦਸ਼ਾਹ ਤੇ ਸਫਦਰ ਜੰਗ ਵਜ਼ੀਰ ਬਣੇ। ਤੋ ਇਸ ਇੰਨੇ ਚਿਰ ਵਿੱਚ ਸਿੱਖਾਂ ਨੇ ਕੀ ਕੁਝ ਕੀਤਾ, ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਜਦੋਂ ਜਸਪਤ ਰਾਏ ਲਖਪਤ ਰਾਏ ਦਾ ਜਿਹੜਾ ਹੈ ਉਹ ਪਿੱਛਾ ਛੁੱਟ ਗਿਆ, ਛੋਟਾ ਘੱਲੂਘਾਰਾ ਹੋ ਗਿਆ, ਤੇ ਆਪਸ ਵਿੱਚ ਜਿਹੜੇ ਹਨ ਉਹ ਲੜੇ ਹਨ। ਇਹ ਲੜਨ ਤੋਂ ਬਾਅਦ ਫਿਰ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾ ਲਿਆ ਹੈ। ਤੇ ਇਸ ਪੀਰੀਅਡ ਦੇ ਅੰਦਰ ਸਿੱਖਾਂ ਨੇ ਆਪਣੇ ਆਪ ਨੂੰ ਰੀਆਰਗਨਾਈਜ਼ ਕੀਤਾ, ਆਪਣੇ ਆਪ ਨੂੰ ਮਜ਼ਬੂਤ ਕੀਤਾ। ਤੇ ਛੋਟਾ ਘੱਲੂਘਾਰਾ ਸਿੱਖਾਂ ਉੱਤੇ ਬੜੀ ਭਾਰੀ ਸੱਟ ਸੀ, ਪਰ ਇੰਨੀ ਮਾਰ ਖਾ ਕੇ ਵੀ ਉਹ ਛੇਤੀ ਹੀ ਸੰਭਲ ਗਏ। ਜੂਨ 1746 ਈਸਵੀ ਨੂੰ ਲਖਪਤ ਸਿੰਘਾਂ ਦਾ ਪਿੱਛਾ ਛੱਡ ਕੇ ਮੁੜ ਗਿਆ। ਨਵੰਬਰ 1746 ਤੋਂ ਮਾਰਚ 1747 ਤੱਕ ਯਾਹਿਆ ਖਾਨ ਤੇ ਸ਼ਾਹ ਨਵਾਜ਼ ਲੜਦੇ ਰਹੇ। ਇਸੇ ਸਮੇਂ ਸਿੱਖ ਫਿਰ ਉੱਠ ਖਲੋਤੇ ਤੇ ਅੰਮ੍ਰਿਤਸਰ ਦੇ ਉਦਾਲੇ ਫਿਰਨ ਲੱਗੇ। ਅੰਮ੍ਰਿਤਸਰ ਸਰੋਵਰ ਦੇ ਉਦਾਲੇ ਮੁਗਲ ਹਾਕਮਾਂ ਦਾ ਬੜਾ ਕਰੜਾ ਪਹਿਰਾ ਸੀ। ਸਰੋਵਰ ਦੀਆਂ ਚੌਹਾਂ ਨੁੱਕਰਾਂ ਉੱਤੇ ਮਨਾਰੇ ਬਣਾ ਕੇ ਵਿੱਚ ਬੰਦੂਕਾਂ ਵਾਲੇ ਪਹਿਰੇਦਾਰ ਬਿਠਾਏ ਗਏ ਸਨ, ਜਿਵੇਂ ਚੈੱਕ ਪੋਸਟਾਂ ਹੁੰਦੀਆਂ ਹਨ। ਉਹਨਾਂ ਨੂੰ ਹੁਕਮ ਸੀ ਕਿ ਕੋਈ ਸਿੱਖ ਇਸ਼ਨਾਨ ਕਰਨ ਆਵੇ ਤਾਂ ਉਸ ਨੂੰ ਗੋਲੀ ਮਾਰ ਦਿਓ। ਸਿੰਘ ਰਾਤ ਬਰਾਤੇ ਆਉਂਦੇ ਤੇ ਇਸ਼ਨਾਨ ਕਰਕੇ ਚਲੇ ਜਾਂਦੇ। ਮੁਸਲਮਾਨ ਹਾਕਮਾਂ ਨੇ ਸਿੰਘਾਂ ਨੂੰ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਚੋਰਾਂ ਵਾਂਗ ਲੁਕ ਕੇ ਨਹੀਂ, ਮਰਦਾਓ ਪੁਣਾ ਤਦ ਹੈ ਜੇ ਦਿਨੇ ਇਸ਼ਨਾਨ ਕਰਕੇ ਜਾਓ ਤਾਂ ਮੰਨਾਂਗੇ। ਸਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਇੱਕ ਦਿਨ ਦੁਪਹਿਰੇ ਤੁਰਕੀ ਭੇਸ ਕਰਕੇ ਇਸ਼ਨਾਨ ਕਰਨ ਗਿਆ। ਸਰੋਵਰ ਵਿੱਚ ਇਸ਼ਨਾਨ ਕਰਕੇ ਸਿਰੋਂ ਪੱਗ ਲਾ ਕੇ ਉਹ ਕੇਸਾਂ ਦਾ ਜੂੜਾ ਵਿਖਾਉਂਦਾ ਹੋਇਆ ਜੈਕਾਰੇ ਛੱਡਦਾ ਉੱਥੋਂ ਨਿਕਲ ਗਿਆ। ਪੱਗ ਲਾਉਣ ਦਾ ਭਾਵ ਸੀ ਵੈਰੀ ਸਿਰ ਉੱਤੇ ਜੂੜਾ ਵੇਖ ਕੇ ਸਮਝ ਲੈਣ ਕਿ ਇਸ਼ਨਾਨ ਕਰਨ ਵਾਲਾ ਸਿੱਖ ਹੈ, ਕੋਈ ਗੈਰ ਨਹੀਂ ਹੈ। ਫਿਰ ਤਾਂ ਕਈ ਸਿੱਖ 10-20 ਦੇ ਜਥੇ ਬਣਾ ਕੇ ਇਸ਼ਨਾਨ ਕਰਨ ਆਉਣ ਲੱਗ ਪਏ। ਕਿਤੇ ਸਰਕਾਰੀ ਸਿਪਾਹੀਆਂ ਨਾਲ ਮੁੱਠਭੇੜ ਹੋ ਜਾਂਦੀ ਤਾਂ ਕਈ ਸ਼ਹੀਦ ਵੀ ਹੋ ਜਾਂਦੇ, ਲੇਕਿਨ ਉਹਨਾਂ ਦ੍ਰਿੜ ਇਰਾਦਾ ਸੀ ਕਿ ਅਸੀਂ ਜਿਹੜੀ ਸਰਕਾਰ ਦਾ ਚੈਲੰਜ ਹੈ ਕਿ ਕੋਈ ਇਸ਼ਨਾਨ ਕਰਨ ਨਾ ਆਵੇ, ਅਸੀਂ ਇਸ਼ਨਾਨ ਕਰਨ ਜ਼ਰੂਰ ਜਾਣਾ। ਤੇ ਇੱਥੇ ਹੀ ਬਸ ਨਹੀਂ, ਦਰਿਆ ਬਿਆਸ ਤੇ ਚਨਾਹ ਦਾ ਵਿਚਲਾ ਹਿੱਸਾ ਲਾਹੌਰ ਤੋਂ ਲੈ ਕੇ ਪਹਾੜਾਂ ਤੱਕ ਸਿੰਘਾਂ ਨੇ ਜਿਹੜਾ ਹੈ ਉਹ ਉਸ ਤੇ ਹਮਲੇ ਕਰਕੇ ਉਹਨੂੰ ਬਹੁਤ ਹੀ ਆਪਣੇ ਕਬਜ਼ੇ ਵਿੱਚ ਕੀਤਾ। ਜਿਹੜੇ ਵਿਰੋਧੀ ਕਾਬੂ ਆਏ ਉਹਨਾਂ ਨੂੰ ਵੀ ਸੋਧਣ ਵਿੱਚ ਕਸਰ ਨਾ ਛੱਡੀ। ਛੋਟੇ ਘੱਲੂਘਾਰੇ ਵਾਲਾ ਘਾਟਾ ਸਿੰਘਾਂ ਨੇ ਕਿਸੇ ਹੱਦ ਤੱਕ ਪੂਰਾ ਕਰ ਲਿਆ ਹੈ। ਮੈਂ ਜਿਹੜੀ ਹੁਣੇ ਗੱਲ ਕੀਤੀ ਹੈ ਉਹ ਉਸ ਬਹਾਦਰੀ ਦੀ ਯਾਦ ਵਿੱਚ ਅੱਜ ਤੱਕ ਇਹ ਮਰਿਆਦਾ ਚਲੀ ਆਉਂਦੀ ਹੈ ਕਿ ਅੰਮ੍ਰਿਤਸਰ ਸਰੋਵਰ ਵਿੱਚ ਪੱਗ ਲਾ ਕੇ ਨੰਗੇ ਸਿਰ ਇਸ਼ਨਾਨ ਕਰਦੇ ਹਨ ਤੇ ਕਈ ਪੱਗ ਸਨੇ ਵੀ ਕਰਦੇ ਹਨ। ਤੋ ਇਹ ਜੋ ਸਟੇਟਮੈਂਟ ਹੈ ਮੈਂ ਇਸ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਹੁਣ ਵੀ ਜਿਹੜੇ ਇਸ਼ਨਾਨ ਕਰਕੇ ਉਹ ਬਾਹਰ ਆ ਕੇ ਆਪਣੇ ਕੇਸ ਜਿਹੜੇ ਹਨ ਉਹਨਾਂ ਨੂੰ ਵਾਹੁੰਦੇ ਹਨ, ਲੇਕਿਨ ਇਸ਼ਨਾਨ ਕਰਨ ਲੱਗਿਆ ਨੰਗੇ ਸਿਰ ਕੋਈ ਵੀ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਹੈ ਉਹ ਇਸ਼ਨਾਨ ਨਹੀਂ ਕਰਦਾ ਹੈ। ਲੇਕਿਨ ਉਸ ਵਕਤ ਚੈਲੰਜ ਨੂੰ ਮੰਨ ਕਰਕੇ ਜਿਹੜੇ ਹਨ ਉਹ ਮਾੜੀ ਕੰਬੋਕੀ ਨੇ ਐਸਾ ਚੈਲੰਜ ਉਹਨਾਂ ਦਾ ਮਨਜ਼ੂਰ ਕੀਤਾ ਸੀ। ਸ਼ਾਹ ਨਵਾਜ਼ 21 ਮਾਰਚ 1747 ਈਸਵੀ ਤੋਂ 11 ਜਨਵਰੀ 1748 ਈਸਵੀ ਤੱਕ ਲਾਹੌਰ ਦਾ ਸੂਬੇਦਾਰ ਰਿਹਾ, ਪਰ ਉਹਨੂੰ ਆਪਣੇ ਝਗੜਿਆਂ ਵਿੱਚੋਂ ਵੀ ਵਿਹਲ ਨਾ ਮਿਲਿਆ। ਉਹ ਸਿੱਖਾਂ ਵੱਲ ਕੋਈ ਬਹੁਤਾ ਧਿਆਨ ਨਾ ਦੇ ਸਕਿਆ। ਜਿਸ ਵੇਲੇ ਅਬਦਾਲੀ ਦਰਿਆ ਅਟਕ ਤੋਂ ਇਸ ਪਾਰ ਟੱਪਿਆ ਤਾਂ ਸਾਰੇ ਦੇਸ਼ ਵਿੱਚ ਹਲਚਲ ਮਚ ਉੱਠੀ, ਕਿਉਂਕਿ ਲੋਕਾਂ ਨੇ ਨਾਦਰ ਦੇ ਹਮਲੇ ਦੀ ਮਾਰੂ ਯਾਦ ਅਜੇ ਭੁੱਲੀ ਨਹੀਂ ਸੀ। ਲੋਕ ਘਰਾਂ ਤੋਂ ਛੱਡ ਕੇ ਪਹਾੜਾਂ ਨੂੰ ਨੱਸ ਗਏ। ਸਿੰਘਾਂ ਦੇ ਵਧਣ ਫੁੱਲਣ ਦਾ ਇਹ ਵੇਲਾ ਸੀ। ਉਹਨਾਂ ਵੀ ਆਪਣੇ ਪਰਿਵਾਰ ਪਹਾੜਾਂ ਵਿੱਚ ਜਾਂ ਮਾਲਵੇ ਦੇ ਦੁਰਾਡੇ ਇਲਾਕਿਆਂ ਵਿੱਚ ਭੇਜ ਦਿੱਤੇ ਤੇ ਆਪ ਹਥਿਆਰ ਸੰਭਾਲ ਕੇ ਸਮੇਂ ਦੀ ਉਡੀਕ ਕਰਨ ਲੱਗੇ। 11 ਜਨਵਰੀ ਨੂੰ ਅਬਦਾਲੀ ਨੇ
ਲਾਹੌਰ ਫਤਿਹ ਕੀਤਾ ਤੇ 11 ਮਾਰਚ ਨੂੰ ਉਹ ਮਾਨਪੁਰ ਦੀ ਲੜਾਈ ਵਿੱਚ ਹਾਰ ਗਿਆ। ਇਹਨਾਂ 2 ਮਹੀਨਿਆਂ ਵਿੱਚ ਸਿੰਘਾਂ ਨੇ ਘੱਲੂਘਾਰੇ ਦੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਲਈਆਂ। ਉਹਨਾਂ ਦਰਿਆ ਸਤਲੁਜ ਤੋਂ ਲੈ ਕੇ ਚਨਾਹ ਤੱਕ ਦਾ ਸਾਰਾ ਇਲਾਕਾ ਜਿਹੜਾ ਹੈ, ਉਸ ਨੂੰ ਉੱਥੇ ਦੇ ਹਥਿਆਰ ਜਿਹੜੇ ਹਨ ਉਹ ਆਪਣੇ ਲੁੱਟ ਕੇ ਆਪਣੇ ਕਾਬੂ ਕਰ ਲਏ। ਔਰ ਫੌਜਾਂ ਨੂੰ ਜਿਹੜੀ ਸਰਕਾਰੀ ਸਨ ਉਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਤੇ ਉਹਨਾਂ ਦਾ ਵੀ ਜਿਹੜਾ ਹੈ ਖਜ਼ਾਨਾ ਲੁੱਟਦੇ ਰਹੇ। ਇਸ ਵਾਰ ਉਹਨਾਂ ਨੇ ਫੈਸਲਾ ਕੀਤਾ ਕਿ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਰਕਾਰ ਦੇ ਟੁਕੜ ਬੋਚਾਂ ਨੂੰ ਸਜ਼ਾ ਦਿੱਤੀ ਜਾਏ, ਜਿਹੜੇ ਆਏ ਦਿਨ ਚੁਗਲੀਆਂ ਕਰਕੇ ਸਿੱਖਾਂ ਨੂੰ ਫੜਾਉਂਦੇ ਹਨ। ਉਹਨਾਂ ਚੁਗਲੀਆਂ ਚੌਧਰੀਆਂ ਨੂੰ ਕਿਉਂ ਨਾ ਬਿਲੇ ਲਾਇਆ ਜਾਏ। ਬਸ ਪੰਥ ਦੀ ਗੁਰਮਤਾ ਕਰਨ ਦੀ ਦੇਰ ਸੀ। ਲਾਡਲੀਆਂ ਫੌਜਾਂ ਨੇ ਕੰਮ ਆਰੰਭ ਕਰ ਦਿੱਤਾ। ਚੌਧਰੀ ਸਾਹਿਬ ਰਾਏ ਪਿੰਡ ਨਸ਼ੌਰੇ ਦਾ, ਰਾਮਾ ਰੰਧਾਵਾ ਪਿੰਡ ਘਣੀਆਂ, ਹਰਭਗਤ ਨਿਰੰਜਨੀਆਂ ਪਿੰਡ ਗੁਰੂ ਕਾ ਜੰਡਿਆਲਾ, ਧਰਮਦਾਸ ਜੋਧ ਨਗਰੀਆ, ਕਰਮਾ ਛੀਨਾ, ਸਨਮੁਖ ਰਾਏ ਪਿੰਡ ਵਡਾਲੀ, ਰਾਏ ਬਖਤਾ ਪਿੰਡ ਮਜੀਠਾ, ਰਾਏ ਹਸਨਾ ਪਿੰਡ ਮੰਡਿਆਲਾ, ਗਹਿਣਾ ਮਲ ਪਿੰਡ ਢੀਲੋਵਾਲ, ਕਾਜੀ ਫਜ਼ਲ ਅਹਿਮਦ ਖਾਂ, ਸ਼ਮਸ਼ੇਰ ਖਾਂ ਖੋਖਰ, ਸਠਿਆਲੇ ਤੇ ਬੁਤਾਲੇ ਦੇ ਰੰਗੜ, ਧਨੇਸ਼ਟੇ ਦੇ ਜੱਟ, ਹੈਬਤਪੁਰੀ ਪੱਟੀ ਦੇ ਖੱਤਰੀ, ਸ਼ੇਖੂਪੁਰੇ ਦੇ ਰੰਗੜ ਤੇ ਹੋਰ ਕੋਈ ਚੌਧਰੀ ਤੇ ਤੋਲੇਕੇਦਾਰ ਚੁਣ ਕੇ ਜਿਹੜੇ ਹਨ ਉਹ ਕਤਲ ਕੀਤੇ ਗਏ। ਨਾਲ ਹੀ ਪਿੰਡ ਘਣੀਆਂ, ਨੌਸ਼ਹਿਰਾ, ਸੰਧੂਆਂ, ਬਟਾਲਾ, ਜੰਡਿਆਲਾ, ਮਜੀਠਾ, ਕਲਾਨੌਰ, ਜੋਧਨਗਰ, ਫਗਵਾੜਾ, ਤਲਬਨ, ਬਿਜਵਾੜਾ, ਜਲੰਧਰ, ਸਠਿਆਲਾ, ਬੁਤਾਲਾ, ਮੰਡਿਆਲਾ, ਸ਼ੇਖੂਪੁਰਾ, ਰਸੂਲ ਨਗਰ, ਢਿੱਗ, ਮੰਝਕੀ ਆਦਿ ਚੰਗੀ ਤਰ੍ਹਾਂ ਜਿਹੜੇ ਹਨ ਉੱਥੇ ਉਹਨਾਂ ਨੂੰ ਸੋਧਿਆ। ਇਸ ਮਾਰਦਾੜ ਦਾ ਪੰਥ ਨੂੰ ਇੱਕ ਬੜਾ ਲਾਭ ਹੋਇਆ ਤੇ ਫਿਰ ਥੋੜੀ ਕੀਤਿਆਂ ਕੋਈ ਚੌਧਰੀ ਸਿੰਘਾਂ ਦੀ ਚੁਗਲੀ ਕਰਨ ਵਾਸਤੇ ਤਿਆਰ ਨਾ ਹੁੰਦਾ। ਉਹ ਸਮਝਦਾ ਕਿ ਸਿੰਘਾਂ ਦੇ ਵਿਰੁੱਧ ਚੁਗਲੀ ਕਰਨੀ ਆਪਣੀ ਮੌਤ ਨੂੰ ਸੱਦਾ ਦੇਣਾ ਹੈ। ਹੁਣ ਟੱਕਰ ਸਰਕਾਰ ਤੇ ਸਿੰਘਾਂ ਵਿੱਚ ਹੀ ਰਹਿ ਗਈ। ਤੀਜੀ ਧਿਰ ਜਨਤਾ ਵਿੱਚੋਂ ਪਾਸੇ ਹੋਣ ਲੱਗ ਪਈ। ਉਸ ਵੇਲੇ ਅੰਮ੍ਰਿਤਸਰ ਦਾ ਹਾਕਮ ਪਿੰਡ ਠਰੂ ਦਾ ਰਾਜਪੂਤ ਸਲਾਬਤ ਖਾਂ ਸੀ। ਜਿਸ ਵੇਲੇ ਅਬਦਾਲੀ ਮਾਨੂਪੁਰ ਦੀ ਲੜਾਈ ਵਿੱਚ ਰੁੱਝਾ ਹੋਇਆ ਸੀ, ਸਿੰਘ ਅੰਮ੍ਰਿਤਸਰ ਆ ਗਏ। ਲੜਾਈ ਵੀ ਸਲਾਬਤ ਖਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਮਾਰਿਆ ਗਿਆ ਤੇ ਉਸ ਦੀ ਫੌਜ ਅੰਮ੍ਰਿਤਸਰ ਛੱਡ ਕੇ ਨੱਸ ਗਈ। ਸਿੰਘਾਂ ਨੇ ਅੰਮ੍ਰਿਤਸਰ ਉੱਤੇ ਕਬਜ਼ਾ ਕਰ ਲਿਆ। ਦੀਵਾਨ ਲਖਪਤ ਰਾਏ ਨੇ ਸਰੋਵਰ ਦਾ ਕੁਝ ਹਿੱਸਾ ਪੂਰ ਦਿੱਤਾ ਹੋਇਆ ਸੀ, ਸੋ ਸਿੰਘਾਂ ਨੇ ਉਸ ਦੀ ਸਫਾਈ ਕਰਕੇ ਵਿੱਚ ਜਲ ਭਰ ਦਿੱਤਾ ਤੇ ਸੰਗਤਾਂ ਨੇ ਖੁੱਲ੍ਹੇ ਇਸ਼ਨਾਨ ਕੀਤੇ। ਸਿੰਘਾਂ ਨੇ ਅਬਦਾਲੀ ਦੀ ਜਿਹੜੀ ਆ ਫੌਜ ਲੁੱਟੀ। ਇੰਨੇ ਚਿਰ ਨੂੰ ਮੀਰ ਮੁੰਨੂ ਤੋਂ ਹਾਰ ਕੇ ਅਬਦਾਲੀ ਵਾਪਸ ਮੁੜਿਆ ਤਾਂ ਸਤਲੁਜ ਦੇ ਉਰਲੇ ਕੰਢੇ ਤੇ ਤੋਂ ਹੀ ਸਿੱਖ ਉਹਦੇ ਮਗਰ ਲੱਗ ਗਏ। ਉਹ ਦਿਨੇ ਤਾਂ ਅਬਦਾਲੀ ਦੀ ਫੌਜ ਤੋਂ ਜਰਾ ਦੂਰ ਹਟ ਜਾਂਦੇ ਤੇ ਰਾਤ ਨੂੰ ਛਾਪਾ ਮਾਰ ਕੇ ਹੱਥ ਲੱਗਦਾ ਸਮਾਨ ਲੁੱਟ ਕੇ ਜੰਗਲ ਵੀ ਜਾ ਵੜਦੇ। ਇਸੇ ਤਰ੍ਹਾਂ ਲੁੱਟ ਮਾਰ ਕਰਦੇ ਸਿੰਘ ਚਨਾਹ ਤੱਕ ਅਬਦਾਲੀ ਦੇ ਮਗਰ ਗਏ। 29 ਮਾਰਚ 1748 ਈਸਵੀ ਨੂੰ ਵਿਸਾਖੀ ਸੀ। ਅਬਦਾਲੀ ਦਾ ਪਿੱਛਾ ਛੱਡ ਕੇ ਸਿੰਘ ਵਿਸਾਖੀ ਮਨਾਉਣ ਵਾਸਤੇ ਅੰਮ੍ਰਿਤਸਰ ਆ ਇਕੱਠੇ ਹੋਏ। ਕਈ ਸਾਲਾਂ ਪਿੱਛੋਂ ਇਹ ਪਹਿਲੀ ਵਿਸਾਖੀ ਸੀ ਜੋ ਸਿੰਘਾਂ ਨੇ ਆਜ਼ਾਦੀ ਨਾਲ ਮਨਾਈ। 29 ਮਾਰਚ 1748 ਦੀ ਵਿਸਾਖੀ ਦਾ ਜ਼ਿਕਰ ਹੈ। ਇਸ ਨੂੰ ਵੀ ਆਪ ਸਾਰੇ ਨੋਟ ਕਰ ਸਕਦੇ ਹੋ। ਜੋ ਸਿੰਘਾਂ ਨੇ ਆਜ਼ਾਦੀ ਨਾਲ ਮਨਾਈ ਇਹ ਵਿਸਾਖੀ ਸੀ। ਇਸ ਵਿਸਾਖੀ ਦੇ ਦਿਨ ਤੋਂ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਕਾਂਡ ਸ਼ੁਰੂ ਹੋਇਆ। ਇੱਕ ਤਾਂ 11 ਮਿਸਲਾਂ ਦਾ ਮੁੱਢ ਵੱਜਾ ਤੇ ਦੂਜਾ ਕਿਲ੍ਹਾ ਰਾਮ ਰੋਣੀ ਬਣਾਇਆ ਗਿਆ। ਛੋਟੇ ਘੱਲੂਘਾਰੇ ਤੋਂ ਸਿੰਘਾਂ ਨੇ ਇੱਕ ਸਿੱਖਿਆ ਹਾਸਲ ਕੀਤੀ ਕਿ ਵੱਖ-ਵੱਖ ਸਰਦਾਰਾਂ ਦੇ ਛੋਟੇ ਖੁਦ ਮੁਖਤਿਆਰ ਜਥਿਆਂ ਦੀ ਥਾਂ ਪੰਥ ਦੀ ਇੱਕ ਪੱਕੀ ਤੇ ਬਲਵਾਨ ਜਥੇਬੰਦੀ ਹੋਣੀ ਚਾਹੀਦੀ ਹੈ, ਜੋ ਇੱਕ ਜਥੇਦਾਰ ਤੇ ਹੁਕਮ ਵਿੱਚ ਲੋੜ ਪਈ ਤਾਂ ਕੰਮ ਕਰੇ। ਉਸ ਵੇਲੇ ਪੰਥ ਵਿੱਚ ਕਈ ਛੋਟੇ ਸਰਦਾਰਾਂ ਦੇ ਜਥੇ ਸਨ। ਉਹ ਸਰਦਾਰ ਇਹ ਸਨ: ਨੌ ਕਪੂਰ ਸਿੰਘ ਜੀ ਪਿੰਡ ਫੈਜ਼ਲਪੁਰਾ, ਫੇਰ ਸਿੰਘਪੁਰਾ, ਜੱਸਾ ਸਿੰਘ ਕਲਾਲ ਪਿੰਡ ਆਲੂ, ਹਰੀ ਸਿੰਘ ਭੰਗੀ ਪਿੰਡ ਪੰਜਵੜ, ਝੰਡਾ ਸਿੰਘ ਪਿੰਡ ਪੰਜਵੜ, ਗੰਡਾ ਸਿੰਘ ਪਿੰਡ ਪੰਜਵੜ, ਨੱਥਾ ਸਿੰਘ ਪਿੰਡ ਪੰਜਵੜ, ਮਤਾਬ ਸਿੰਘ ਪਿੰਡ ਖੱਖ, ਜ਼ਿਲ੍ਹਾ ਅੰਮ੍ਰਿਤਸਰ, ਚੜ੍ਹਤ ਸਿੰਘ ਕਨਈਆ, ਦੀਵਾਨ ਸਿੰਘ, ਗੁੱਜਰ ਸਿੰਘ, ਗਰਜਾ ਸਿੰਘ, ਨਿਬਾਹੂ ਸਿੰਘ, ਲਹਿਣਾ ਸਿੰਘ, ਫੂਲਾ ਸਿੰਘ ਪਿੰਡ ਰੋੜਾਵਾਲਾ, ਸਾਵਲ ਸਿੰਘ ਰੰਧਾਵਾ ਪਿੰਡ ਵਾਘਾ, ਗੁਰਬਖਸ਼ ਸਿੰਘ ਪਿੰਡ ਦੋਂਦਾ, ਧੰਨਾ ਸਿੰਘ ਪਿੰਡ ਕਲਾਲਵਾਲਾ, ਤਾਰਾ ਸਿੰਘ ਪਿੰਡ ਚੈਨਪੁਰ, ਬਾਗ ਸਿੰਘ ਕੋਟ ਸੈਦ ਮਹਿਮੂਦ, ਹਕੀਕਤ ਸਿੰਘ, ਮਹਿਤਾਬ ਸਿੰਘ ਪਿੰਡ ਵਡਾਲਾ ਸੰਧੂਆਂ, ਜ਼ਿਲ੍ਹਾ ਸਿਆਲਕੋਟ,
ਜੈ ਸਿੰਘ ਪਿੰਡ ਕਾਹਣਾ, ਝੰਡਾ ਸਿੰਘ ਪਿੰਡ ਕਾਹਣਾ ਵਾਲਾ, ਤਾਰਾ ਸਿੰਘ ਪਿੰਡ ਕਾਹਣਾ, ਮਨੋਹਰ ਸਿੰਘ, ਸੋਭਾ ਸਿੰਘ, ਭੀਮ ਸਿੰਘ ਵੀ ਪਿੰਡ ਕਾਹਣਾ ਤੋਂ, ਅਮਰ ਸਿੰਘ ਪਿੰਡ ਵਾਗਾ, ਸੋਭਾ ਸਿੰਘ ਪਿੰਡ ਭਿੱਕਾ, ਬਗੇਲ ਸਿੰਘ ਪਿੰਡ ਝਬਾਲ, ਗੁਲਾਬ ਸਿੰਘ ਡੱਲੇਵਾਲੀਆ, ਹਰੀ ਸਿੰਘ ਡੱਲੇਵਾਲੀਆ, ਨੌ ਸਿੰਘ ਸ਼ੁਕਰ ਚੱਕੀਆ, ਗੁਲਾਬ ਸਿੰਘ ਨੌ ਸਿੰਘ ਦਾ ਸਹੁਰਾ ਪਿੰਡ ਮਜੀਠਾ, ਮਹਿਤਾਬ ਸਿੰਘ ਪਿੰਡ ਜੁਲਕਾ ਸਰਦਾਰ ਬਗੇਲ ਸਿੰਘ ਦਾ ਪੁੱਤਰ, ਕਰੋੜਾ ਸਿੰਘ ਪਿੰਡ ਪੰਜਗੜ, ਹਰਾ ਸਿੰਘ, ਲੱਜਾ ਸਿੰਘ, ਨੰਦ ਸਿੰਘ ਪਿੰਡ ਸਾਂਗਣਾ, ਕਪੂਰ ਸਿੰਘ ਸੂਰਿਆਂਵਾਲਾ, ਅਮਰ ਸਿੰਘ ਪਿੰਡ ਕਿੰਗਰਾ, ਜੀਵਨ ਸਿੰਘ ਪਿੰਡ ਕਲਾ ਜੀਵਨ ਸਿੰਘ। ਤੋਂ ਇਸ ਤਰ੍ਹਾਂ 66 ਜਿਹੜੇ ਬੰਦਿਆਂ ਦੇ ਨਾਂ ਜਿਹੜੇ ਹਨ ਇਹਦੇ ਵਿੱਚ ਹਨ। ਜੱਸਾ ਸਿੰਘ ਪਿੰਡ ਇਛੋ ਗਿੱਲ, ਪਿੱਛੋਂ ਜੋ ਇਸ ਨੂੰ ਰਾਮਗੜੀਆ ਕਿਹਾ ਗਿਆ, ਇਹਦਾ ਵੀ ਇਹਦੇ ਵਿੱਚ ਜ਼ਿਕਰ ਹੈ 66 ਨੰਬਰ ਦੇ ਉੱਪਰ। ਨਵਾਬ ਕਪੂਰ ਸਿੰਘ ਨੇ ਇਸ ਇਕੱਠ ਵਿੱਚ ਮਤਾ ਪੇਸ਼ ਕੀਤਾ ਕਿ ਪੰਥ ਦੀ ਇੱਕ ਜਥੇਬੰਦੀ ਤੇ ਇੱਕ ਜਥੇਦਾਰ ਹੋਣਾ ਚਾਹੀਦਾ ਹੈ, ਜਿਸ ਦੀ ਚੋਣ ਸਾਰਾ ਪੰਥ ਕਰੇ। ਇਹ ਮਤਾ ਪ੍ਰਵਾਨ ਕਰ ਲਿਆ ਗਿਆ। ਵਿਸਾਖੀ ਦੇ ਦਿਨ ਦਸ਼ਮੇਸ਼ ਪਿਤਾ ਨੇ ਪੰਥ ਸਾਜਿਆ ਸੀ ਤੇ ਵਿਸਾਖੀ ਦੇ ਦਿਨ ਇਹ ਮਹਾਨ ਜਥੇਬੰਦੀ ਬਣਾਈ ਗਈ, ਜਿਸ ਦਾ ਨਾਂ ਦਲ ਖਾਲਸਾ ਰੱਖਿਆ ਗਿਆ। ਫਿਰ ਜਥੇਦਾਰ ਚੁਣਨ ਦੀ ਵਾਰੀ ਆਈ ਤਾਂ ਸਾਰਿਆਂ ਦੀ ਨਿਗਾਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਪਈ। ਉਸ ਵੇਲੇ ਉਹ ਸਾਰਿਆਂ ਵਿੱਚੋਂ ਬਲਵਾਨ ਸਰਦਾਰ ਸੀ। ਸਰਬਸੰਮਤੀ ਨਾਲ ਉਸ ਨੂੰ ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਸਾਂਝਾ ਜਥੇਦਾਰ ਥਾਪਿਆ ਗਿਆ। ਉਸ ਦੇ ਮਤਾਇਤ 10 ਸਰਦਾਰਾਂ ਦੀ ਇੱਕ ਸਲਾਹਕਾਰ ਕਮੇਟੀ ਬਣਾ ਦਿੱਤੀ। ਇਹ 10 ਸਰਦਾਰ ਬਾਕੀ ਦੀਆਂ 10 ਮਿਸਲਾਂ ਦੇ ਜਥੇਦਾਰ ਬਣੇ। ਉਸ ਵੇਲੇ ਅੰਮ੍ਰਿਤਸਰ ਵਿੱਚ ਸਥਾਪਨ ਹੋਈਆਂ 11 ਮਿਸਲਾਂ ਇਹ ਹਨ। ਮਿਸਲ ਆਹਲੂਵਾਲੀਆ, ਜਿਸ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਜੋ ਸਾਰੇ ਪੰਥ ਦਾ ਜਥੇਦਾਰ ਸੀ। ਮਿਸਲ ਫੈਜ਼ਲਪੁਰੀਆ ਜਾਂ ਸਿੰਘਪੁਰੀਆ, ਇਸ ਦਾ ਜਥੇਦਾਰ ਨਵਾਬ ਕਪੂਰ ਸਿੰਘ ਪਿੰਡ ਫੈਜ਼ਲਪੁਰ ਦਾ ਸੀ। ਮਿਸਲ ਸ਼ੁਕਰ ਚੱਕੀਆ, ਇਸ ਦਾ ਜਥੇਦਾਰ ਸਰਦਾਰ ਨੋਦ ਸਿੰਘ, ਸਰਦਾਰ ਰਣਜੀਤ ਸਿੰਘ ਦਾ ਪੜਦਾਦਾ। ਮਿਸਲ ਨਿਸ਼ਾਨਾ ਵਾਲੀ, ਇਸ ਦਾ ਜਥੇਦਾਰ ਸਰਦਾਰ ਦਸੌਂਦਾ ਸਿੰਘ ਜੋ ਦਲ ਖਾਲਸਾ ਦਾ ਨਿਸ਼ਾਨ ਬਰਦਾਰ ਸੀ। ਮਿਸਲ ਭੰਗੀਆਂ ਦਾ, ਇਸ ਦਾ ਜਥੇਦਾਰ ਹਰੀ ਸਿੰਘ ਭੰਗੀ ਪਿੰਡ ਪੰਜਵੜ ਦਾ ਸੀ। 6ਵੀਂ ਮਿਸਲ ਸੀ ਕਨਈਆ, ਜਿਸ ਦਾ ਜਥੇਦਾਰ ਜੈ ਸਿੰਘ ਕਨਈਆ ਪਿੰਡ ਕਾਹਣਾ ਜ਼ਿਲ੍ਹਾ ਲਾਹੌਰ ਦਾ ਸੀ। ਮਿਸਲ ਨਕਈਆ, ਇਸ ਦਾ ਜਥੇਦਾਰ ਹੀਰਾ ਸਿੰਘ ਨਕਈ ਪਿੰਡ ਬਹਿੜਵਾਲ ਜ਼ਿਲ੍ਹਾ ਲਾਹੌਰ ਦਾ ਸੀ। ਡੱਲੇ ਵਾਲੀ ਮਿਸਲ, ਇਸ ਦਾ ਜਥੇਦਾਰ ਗੁਲਾਬ ਸਿੰਘ ਪਿੰਡ ਡੱਲੇਵਾਲ ਦਾ ਸੀ। ਮਿਸਲ ਸ਼ਹੀਦਾਂ, ਇਸ ਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ। ਮਿਸਲ ਕਰੋੜ ਸਿੰਘੀਆ, ਇਸ ਦਾ ਜਥੇਦਾਰ ਸਰਦਾਰ ਕਰੋੜਾ ਸਿੰਘ ਪਿੰਡ ਪੈਂਜਗੜ੍ਹ ਦਾ ਸੀ। 11ਵੀਂ ਮਿਸਲ ਸਾਂਗਣੀਆਂ, ਇਸ ਦਾ ਜਥੇਦਾਰ ਨੰਦ ਸਿੰਘ ਪਿੰਡ ਸਾਂਗਣੇ ਦਾ ਸੀ। ਤੇ ਮਿਸਲ ਪਿੱਛੋਂ ਮਿਸਲ ਰਾਮਗੜ੍ਹੀ ਆਖਵਾਈ। ਫਿਰ ਇੱਕ ਸਿੱਖ ਸਿੰਘ ਸਿਪਾਹੀ ਤੇ ਸਰਦਾਰ ਨੂੰ ਆਗਿਆ ਹੋਈ। ਹਰ ਇੱਕ ਸਿੱਖ ਸਿਪਾਹੀ ਤੇ ਸਰਦਾਰ ਨੂੰ ਆਗਿਆ ਹੋਈ ਕਿ ਉਹ ਜਿਸ ਮਰਜ਼ੀ ਮਿਸਲ ਵਿੱਚ ਜਥੇ ਵਿੱਚ ਚਲਾ ਜਾਏ। ਹਰ ਅੰਮ੍ਰਿਤਧਾਰੀ ਸਿੰਘ ਦਲ ਖਾਲਸਾ ਦਾ ਮੈਂਬਰ ਤੇ ਬਰਾਬਰ ਦਾ ਭਾਈ ਸਮਝਿਆ ਜਾਂਦਾ ਸੀ। ਹਰ ਸਿਪਾਹੀ ਨੂੰ ਇਹ ਵੀ ਹੱਕ ਦਿੱਤਾ ਗਿਆ ਕਿ ਉਹ ਚਾਹੇ ਤਾਂ ਇੱਕ ਜਥੇ ਨੂੰ ਛੱਡ ਕੇ ਦੂਜੇ ਜਥੇ ਵੀ ਜਾ ਕੇ ਸ਼ਾਮਲ ਹੋ ਸਕਦਾ ਹੈ, ਪਰ ਮਿਸਲ ਅੰਦਰੂਨੀ ਮਾਮਲਿਆਂ ਵਿੱਚ ਖੁਦ ਮੁਖਤਿਆਰ ਹੋਵੇਗੀ। ਪਰ ਸਾਂਝੇ ਅਮਲ ਲਈ ਉਸ ਨੂੰ ਦਲ ਖਾਲਸਾ ਦੇ ਪ੍ਰਧਾਨ ਜਥੇਦਾਰ ਦੇ ਹੁਕਮ ਦੀ ਪਾਲਣਾ ਕਰਨੀ ਪਵੇਗੀ। ਇਸ ਤਰ੍ਹਾਂ ਪੰਥ ਵਿੱਚ ਮਿਸਲਾਂ ਦਾ ਮੁੱਢ ਵੱਜਾ। ਇਹ ਬਹੁਤ ਇੰਪੋਰਟੈਂਟ ਜਿਹੜਾ ਹੈ ਉਹ ਡਿਵੈਲਪਮੈਂਟ ਸੀ ਇਸ ਸਮੇਂ ਦੇ ਅੰਦਰ। ਦੂਜਾ ਵੱਡਾ ਕੰਮ ਸਾਰੇ ਜਥੇਦਾਰਾਂ ਨੇ ਸੋਚਿਆ ਕਿ ਕਦ ਤੱਕ ਪੰਥ ਝਾੜਾਂ ਵਿੱਚ ਲੁਕਿਆ ਫਿਰੇਗਾ। ਵੈਰੀ ਦੇ ਟਾਕਰੇ ਵਾਸਤੇ ਸਾਨੂੰ ਕੋਈ ਛੋਟਾ ਮੋਟਾ ਕਿਲਾ ਬਣਾਉਣਾ ਚਾਹੀਦਾ ਹੈ, ਜਿੱਥੇ ਭੀੜ ਬਣੇ ਤੇ ਆਸਰੇ ਲਈ ਵੈਰੀ ਦਾ ਟਾਕਰਾ ਕੀਤਾ ਜਾਏ। ਮਤਾ ਇਹ ਪਾਸ ਹੋਇਆ ਕਿ ਅੰਮ੍ਰਿਤਸਰ ਨਾਲੋਂ ਹੋਰ ਪਵਿੱਤਰ ਧਰਤੀ ਕਿਹੜੀ ਹੈ, ਇੱਥੇ ਹੀ ਕਿਲਾ ਬਣਾਇਆ ਜਾਵੇ। ਤੋਂ ਰਾਮਸਰ ਦੇ ਨੇੜੇ ਗੁਰੂ ਮਹਾਰਾਜ ਨੇ ਇੱਕ ਖੂਹੀ ਲਵਾਈ ਸੀ। ਉਸ ਦੇ ਉਦਾਲੇ ਕੱਚੀ ਘੜੀ ਦੀ ਨੀਂਹ ਵਿਸਾਖੀ ਵਾਲੇ ਦਿਨ 1748 ਈਸਵੀ ਨੂੰ ਰੱਖੀ ਗਈ। ਨੀਂਹ ਦੇ ਉਦਾਲੇ ਪਾਣੀ ਭਰ ਕੇ ਕਹਾਣੀ ਬਣਾ ਕੇ ਗਾਰੇ ਦੀ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਰਾਜ ਮਜ਼ਦੂਰ ਮਿਸਤਰੀ ਸਿੰਘ ਸਭ ਕੁਝ ਆਪੇ ਹੀ ਸਨ। ਦਿਨਾਂ ਵਿੱਚ ਹੀ ਕੱਚੀ ਘੜੀ ਤਿਆਰ ਹੋ ਗਈ। ਉਸ ਦਾ ਨਾਂ ਗੁਰੂ ਰਾਮਦਾਸ ਜੀ ਦੇ ਨਾਂ ਉੱਤੇ ਰਾਮ ਰੌਣੀ ਰੱਖਿਆ ਗਿਆ। ਤੇ ਨੋਟ ਕਰਨਾ ਕਿ ਜਿਹੜੇ ਕਹਿੰਦੇ ਹਨ ਸਾਡੇ ਵਿੱਚ ਵੀ ਕਈ ਕਿ ਰਾਮਗੜੀਆ ਜਾਤ ਹੈ, ਇਹ ਰਾਮ ਰੌਣੀ ਕਿਲਾ ਹੈ। ਇਸ ਤੋਂ ਅੱਗੋਂ ਆਪ ਜੀ ਨੂੰ ਪਤਾ ਲੱਗਿਆ ਕਿ ਇਹਦਾ ਨਾਂ ਰਾਮਗੜ੍ਹ ਕਿਵੇਂ ਪੈ ਗਿਆ। ਤਾਂ ਉਸ ਦੀ ਕੰਧ 4 ਹੱਥ ਚੌੜੀ ਤੇ 6-7 ਉੱਚੀ ਸੀ। ਉਸ ਵਿੱਚ 500 ਘੋੜੇ ਅਸਵਾਰ ਦੇ ਰਹਿਣ ਜੋਗੀ ਥਾਂ ਸੀ। ਸੋ 500 ਸਿੰਘਾਂ ਨੂੰ ਉਸ ਵਿੱਚ ਰਹਿਣ ਦੀ ਆਗਿਆ ਹੋਈ। ਇਸ ਸਮੇਂ ਹਰੀ ਸਿੰਘ ਭੰਗੀ ਨੇ ਆਪਣਾ ਜਥੇ ਤੇ ਕਟੜਾ ਵੀ ਇੱਥੇ ਵਸਾਇਆ
ਅਪ੍ਰੈਲ 1748 ਈਸਵੀ ਵਿੱਚ ਮੀਰ ਮਨੂ ਲਾਹੌਰ ਦੇ ਮੁਲਤਾਨ ਦਾ ਜਥੇਦਾਰ ਬਣ ਕੇ ਲਾਹੌਰ ਪੁੱਜਾ। ਉਸਨੇ ਕੌੜਾ ਮਲ ਨੂੰ ਆਪਣਾ ਦੀਵਾਨ ਤੇ ਨਾਇਬ ਬਣਾਇਆ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ। ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਉਹੀ ਮੀਰ ਮਨੂ ਹੈ ਜਿਸ ਨੇ ਜਿਹੜੇ ਹੈ ਬੀਬੀਆਂ ਦੇ ਉੱਤੇ ਅਕਹਿ ਤੇ ਸਹਿ ਕਸ਼ਟ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਤੇ ਉਹਨਾਂ ਕੋਲੋਂ ਪਿਸਨੇ ਪਿਸਵਾਏ ਤੇ ਉਹਨਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਉਹਨਾਂ ਦੇ ਗਲਾਂ ਵਿੱਚ ਹਾਰ ਪਵਾਏ ਸਨ। ਤੇ ਉਹ ਜ਼ਾਲਮ ਮੀਰ ਮਨੂ ਸੀ। ਕੌੜਾ ਮਲ ਨੂੰ ਉਹਨਾਂ ਆਪਣਾ ਦੀਵਾਨ ਨਾਇਬ ਬਣਾਇਆ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ। ਅਬਦਾਲੀ ਦੇ ਥਾਪੇ ਹੋਏ ਸਾਰੇ ਹਕਮ ਕੱਢ ਦਿੱਤੇ ਗਏ। ਲਖਪਤ ਰਾਏ ਨੂੰ ਮੀਰ ਮਨੂ ਨੇ 30 ਲੱਖ ਜੁਰਮਾਨਾ ਕੀਤਾ। ਉਸ ਵਿੱਚ 22 ਲੱਖ ਵਸੂਲ ਹੋ ਗਿਆ, ਕੁਝ ਨਗਦ ਤੇ ਬਾਕੀ ਉਸ ਦਾ ਘਰ ਘਾਟ ਵੇਚ ਕੇ, ਤੇ ਬਾਕੀ 8 ਲੱਖ ਬਦਲੇ ਉਸ ਨੂੰ ਕੈਦ ਕਰ ਲਿਆ ਗਿਆ। ਉਹ 8 ਲੱਖ ਕਰੋੜਾ ਕੌੜਾ ਮਲ ਨੇ ਤਾਰ ਦਿੱਤਾ ਤੇ ਲਖਪਤ ਨੂੰ ਮੀਰ ਮਨੂ ਕੋਲੋਂ ਲੈ ਕੇ ਸਿੰਘਾਂ ਦੇ ਹਵਾਲੇ ਕਰ ਦਿੱਤਾ, ਜਿੱਥੇ ਉਹ 6 ਮਹੀਨੇ ਕੈਦ ਰਹਿ ਕੇ ਸਿੰਘਾਂ ਦੀ ਕੈਦ ਵਿੱਚ ਹੀ ਮਰ ਗਿਆ। ਦਿੱਲੀ ਦੇ ਨਵੇਂ ਵਜ਼ੀਰ ਸਫਦਰ ਜੰਗ ਦਾ ਮੀਰ ਮਨੂ ਨਾਲ ਬੜਾ ਵਿਰੋਧ ਸੀ। ਤਾਂ ਦਿੱਲੀ ਦਰਬਾਰ ਵਿੱਚ ਵੀ ਦੋ ਜਿਹੜੇ ਹਨ ਉਹ ਹਿੱਸੇ ਹੋ ਗਏ। ਤਾਂ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਲਖਪਤ ਰਾਏ ਜਦੋਂ ਕੈਦ ਕੀਤਾ ਗਿਆ ਤਾਂ ਉਸਦੇ ਸਿਰ ਉੱਤੇ ਜਿਹੜੇ ਹਨ ਉਹ ਲੋਕ ਜਿਹੜੇ ਹਨ ਉਹ ਇਸ ਤਰੀਕੇ ਨਾਲ ਉੱਤੇ ਬੜੇ ਭੈੜੇ ਤਰੀਕੇ ਨਾਲ ਪੇਸ਼ ਆਉਂਦੇ ਸਨ। ਤਾਂ ਇਹ 1805 ਵਿਕਰਮ ਵਿੱਚ ਇਸ ਦੀ ਮੌਤ ਹੋ ਗਈ। ਤਾਂ ਭੰਗੂ ਜੀ, ਰਤਨ ਸਿੰਘ ਭੰਗੂ ਜੀ ਪੰਨਾ 310 ਦੇ ਉੱਪਰ ਲਿਖਦੇ ਹਨ ਕਿ ਕੌੜਾ ਮਲ ਨੇ ਲੱਖੂ ਨੂੰ ਸਿੰਘਾਂ ਦੇ ਹਵਾਲੇ ਕੀਤਾ। ਉਹ 6 ਮਹੀਨੇ ਵਿੱਚ ਇੱਕ ਲੈਟਰਨ ਵਿੱਚ ਜਿਹੜਾ ਹੈ ਉਹ ਕੈਦ ਰਿਹਾ ਤੇ ਉੱਥੇ ਮਰ ਗਿਆ। ਤੇ ਪੰਥ ਪ੍ਰਕਾਸ਼ ਵਿੱਚ ਵੀ ਇਹਦਾ ਜ਼ਿਕਰ ਹੈ ਪੰਨਾ 682 ਦੇ ਉੱਪਰ। ਡਾਕਟਰ ਗੰਡਾ ਸਿੰਘ ਨੇ ਕੌੜਾ ਮਲ ਪੰਨਾ 47 ਦੇ ਉੱਪਰ ਲਿਖਿਆ ਹੈ। ਹਵਾਲਾ ਖੁਸ਼ਵੰਤ ਰਾਏ ਪੰਨਾ 67 ਦੇ ਉੱਪਰ, ਤੇ ਇਸ ਦਾ ਅਲਾਉਦੀਨ ਨੇ ਪੰਨਾ 248 ਦੇ ਉੱਪਰ ਵੀ ਇਸ ਦਾ ਜ਼ਿਕਰ ਕੀਤਾ ਹੈ। ਤੋ ਇਹ ਅੱਗੋਂ ਅਸੀਂ ਦੇਖਦੇ ਹਾਂ ਕਿ ਮਨੂ ਨੇ ਹੁਣ ਕੀ ਕੀਤਾ ਕਿ ਉਹਨੇ ਇੱਕ ਗਸ਼ਤੀ ਫੌਜ ਬਣਾਈ ਕੌੜਾ ਮਲ ਦੇ ਨਾਲ ਮਿਲ ਕਰਕੇ। ਤੇ ਗਸ਼ਤੀ ਫੌਜ ਨੂੰ ਕੀ ਕੀਤਾ ਕਿ ਉਹ ਲਾਹੌਰ ਦੇ ਮੁਲਤਾਨ ਵਿੱਚ ਜਿਹੜੇ ਇਕੱਠੇ ਹੋ ਕਰਕੇ ਕਿ ਫਿਰ ਮਨੂ ਸਿੱਖਾਂ ਵੱਲ ਹੋਇਆ। ਉਹਨੇ ਅਮਨ ਕਾਇਮ ਕਰਨ ਦੇ ਬਹਾਨੇ ਇਲਾਕੇ ਵਿੱਚ ਗਸ਼ਤੀ ਫੌਜ ਚੜਾਈ ਤੇ ਸਿੰਘਾਂ ਦੇ ਕਤਲ ਦਾ ਹੁਕਮ ਦਿੱਤਾ। ਇਸ ਦਾ ਜ਼ਿਕਰ ਡਾਕਟਰ ਗੰਡਾ ਸਿੰਘ ਨੇ ਜੋ ਕੌੜਾ ਮਲ ਬਾਰੇ ਜ਼ਿਕਰ ਕੀਤਾ ਹੈ ਉਹਦੇ ਪੰਨਾ 52 ਦੇ ਉੱਪਰ ਹੈ। ਇਸ ਦਾ ਜ਼ਿਕਰ ਸਿੱਖ ਇਤਿਹਾਸ ਗੁਪਤਾ ਹਿੱਸਾ ਪਹਿਲਾ ਵਿੱਚ 59 ਪੰਨੇ ਦੇ ਉੱਪਰ ਵੀ ਕੀਤਾ ਹੈ। ਤਾਂ ਗਸ਼ਤੀ ਫੌਜ ਚੜਾ ਕੇ ਸਿੰਘਾਂ ਦੇ ਕਤਲ ਦਾ ਹੁਕਮ ਦਿੱਤਾ। ਸਿੰਘ ਗਸ਼ਤੀ ਫੌਜ ਦਾ ਟਾਕਰਾ ਕਰਨ ਦੀ ਥਾਂ ਬਾਰੀ ਦੁਆਬ ਛੱਡ ਕੇ ਦੁਆਬਾ ਜਲੰਧਰ ਵਿੱਚ ਚਲੇ ਗਏ। ਨਾ ਸਿੱਖਾਂ ਨੇ ਅਦੀਨਾ ਬੇਗ ਦੇ ਇਲਾਕੇ ਵਿੱਚ ਕੋਈ ਗੜਬੜ ਕੀਤੀ ਤੇ ਨਾ ਮਗਰਲਿਆਂ ਨੇ ਹੀ ਸਿੱਖਾਂ ਦੇ ਵਿਰੁੱਧ ਕੋਈ ਕਾਰਵਾਈ ਕਰਨ ਦੀ ਲੋੜ ਸਮਝੀ। ਪਰ ਪਿੱਛੋਂ ਮੀਰ ਮਨੂ ਦਾ ਸਖਤ ਹੁਕਮ ਗਿਆ ਕਿ ਸਿੱਖਾਂ ਨੂੰ ਅਸਲੋਂ ਖਤਮ ਕਰੋ। ਸਿੱਖ ਉਸ ਵੇਲੇ ਅਨੰਦਪੁਰ ਜਾ ਇਕੱਠੇ ਹੋਏ ਸਨ। ਅਦੀਨਾ ਬੇਗ ਬੜੀ ਭਾਰੀ ਫੌਜ ਲੈ ਕੇ ਅਮਨ ਨਾਲ ਬੈਠੇ ਸਿੰਘਾਂ ਉੱਤੇ ਜਾ ਪਿਆ। ਦੋਹਾਂ ਧਿਰਾਂ ਦੇ ਕਈ ਆਦਮੀ ਸ਼ਹੀਦ ਹੋਏ, ਮਾਰੇ ਗਏ। ਸਿੰਘ ਇੱਥੇ ਮਾਲਵੇ ਨੂੰ ਚਲੇ ਗਏ। ਅਦੀਨਾ ਬੇਗ ਵਾਪਸ ਮੁੜ ਗਿਆ। ਇਹ ਘਟਨਾ 1748 ਈਸਵੀ ਦੀ ਹੈ ਤੇ ਇਹ ਅਨੰਦਪੁਰ ਦੀ ਲੜਾਈ ਇਸ ਨੂੰ ਕਿਹਾ ਜਾਂਦਾ ਹੈ। ਉੱਥੇ ਹੀ ਅਦੀਨਾ ਬੇਗ ਨੇ ਸਿੰਘਾਂ ਨਾਲ ਅੰਦਰ ਖਾਨੇ ਫੇਰ ਸੁਲ੍ਹਾ ਕਰ ਲਈ ਤੇ ਕੁਝ ਸਿੰਘ ਆਪਣੀ ਨੌਕਰੀ ਵਿੱਚ ਲੈ ਲਏ। ਜੱਸਾ ਸਿੰਘ, ਜਿਹਨੂੰ ਬਾਅਦ ਵਿੱਚ ਰਾਮਗੜੀਆ ਕਿਹਾ ਜਾਂਦਾ ਹੈ, ਉਹ ਆਪਣੇ 3 ਭਰਾਵਾਂ ਜੈ ਸਿੰਘ, ਖੁਸ਼ਹਾਲ ਸਿੰਘ ਤੇ ਮਾਲੀ ਸਿੰਘ ਤੇ ਕੁਝ ਹੋਰ ਸਾਥੀਆਂ ਸਣੇ ਅਦੀਨਾ ਬੇਗ ਕੋਲ ਨੌਕਰੀ ਕਰਨ ਲੱਗ ਪਏ। ਉਸ ਦਾ 5ਵਾਂ ਭਰਾ ਤਾਰਾ ਸਿੰਘ ਨੌਕਰ ਨਾ ਹੋਇਆ। ਉਹ ਦਲ ਖਾਲਸਾ ਦੇ ਨਾਲ ਹੀ ਰਿਹਾ। 2 ਕੁ ਮਹੀਨੇ ਦੇ ਜ਼ੋਰ ਕਰਕੇ ਸਾਰੇ ਦੇਸ਼ ਵਿੱਚ ਚੁੱਪ ਵਰਤੀ ਰਹੀ। ਅਕਤੂਬਰ ਵਿੱਚ ਸਿੰਘ ਦੀਵਾਲੀ ਉੱਤੇ ਫਿਰ ਅੰਮ੍ਰਿਤਸਰ ਇਕੱਠੇ ਹੋਏ। ਹਰਿਮੰਦਰ ਦਰਬਾਰ ਸਾਹਿਬ ਪਾਠ ਕੀਰਤਨ ਹੋਏ ਤੇ ਦੀਪਮਾਲਾ ਕੀਤੀ ਗਈ। ਮੀਰ ਮਨੂ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹਨੇ ਅਦੀਨਾ ਬੇਗ ਨੂੰ ਲਿਖਿਆ ਕਿ ਸਿੰਘਾਂ ਨੂੰ ਘੇਰਾ ਪਾ ਕੇ ਖਤਮ ਕਰ ਦਿਓ। ਹੁਕਮ ਸੁਣਦੇ ਸਾਰ ਅਦੀਨਾ ਬੇਗ ਤੇ ਉਸ ਦਾ ਨਾਇਕ ਸਦੀਕ ਬੇਗ ਖਾਂ ਜਲੰਧਰੋਂ ਚੜੇ ਤੇ ਬਹੁਤ ਸਾਰੀ ਫੌਜ ਸਣੇ ਮੀਰ ਮਨੂ ਦੇ ਅਫਸਰ ਲਾਹੌਰੋਂ ਵੀ ਆਏ। ਉਹਨਾਂ ਆ ਕੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ। 500 ਸਿੰਘ ਕੱਚੇ ਕਿਲੇ ਰਾਮ ਰੌਣੀ ਵਿੱਚ ਬੈਠੇ ਸਨ, ਕਿਉਂਕਿ ਉੱਥੇ ਥਾਂ ਹੀ ਇੰਨੇ ਜੋਗੀ ਸੀ ਤੇ ਬਾਕੀ ਨੇੜੇ ਦੇ ਜੰਗਲਾਂ ਵਿੱਚ ਜਾ ਵੜੇ। ਦੋਹਾਂ ਪਾਸਿਆਂ ਤੋਂ ਲੜਾਈ ਆਰੰਭ ਹੋਈ।
ਰਾਮ ਰੌਣੀ ਵਿੱਚ 500 ਸਿੰਘ ਹੀ ਸਨ, ਪਰ ਉਹਨਾਂ ਦੇ ਟਾਕਰੇ ਉੱਤੇ ਬਾਹਰ ਹਜ਼ਾਰਾਂ ਦੁਸ਼ਮਣ ਸਨ। ਰੋਜ਼ ਅੱਗ ਦਾ ਮੀਂਹ ਵਸਣ ਲੱਗਾ। ਕਦੇ ਕਦਾਈ ਸਿੰਘ ਗੜੀ ਵਿੱਚੋਂ ਬਾਹਰ ਨਿਕਲਦੇ ਤੇ ਦੋ ਦੋ ਹੱਥ ਕਰਕੇ ਵੈਰੀ ਨੂੰ ਭਾਜਣਾ ਪਾ ਕੇ ਥੋੜਾ ਬਹੁਤ ਸਮਾਨ ਖੋਹ ਕੇ ਖਿੱਚ ਕੇ ਫਿਰ ਅੰਦਰ ਜਾ ਵੜਦੇ। ਕਦੇ ਕੋਈ ਸਿੰਘਾਂ ਦਾ ਜਥਾ ਬਾਹਰੋਂ ਜੰਗਲ ਵਿੱਚੋਂ ਆ ਪੈਂਦਾ ਤੇ ਲੱਗਦਾ ਚਾਰਾ ਲੈ ਕੇ ਫਿਰ ਹਰਨ ਹੋ ਜਾਂਦਾ। ਇਹ ਘੇਰਾ 2 ਕੁ ਮਹੀਨੇ ਰਿਹਾ ਤੇ ਅੰਦਰੋਂ ਦਾਣਾ ਪੱਠਾ ਮੁੱਕ ਗਿਆ। ਸਿੰਘਾਂ ਦੇ ਘੋੜੇ ਭੁੱਖੇ ਮਰਨ ਲਗੇ। ਇਹਨਾਂ ਰੋਜ਼ਾਂ ਦੀਆਂ ਮੁੱਠ-ਭੇੜਾਂ ਵਿੱਚ ਅੰਦਰਲੇ 100 ਸਿੰਘ ਸ਼ਹੀਦੀ ਪਾ ਚੁੱਕੇ ਸਨ ਤੇ ਬਾਕੀਆਂ ਨੇ ਇੱਕ ਦਿਨ ਆਖਰੀ ਲੜਾਈ ਕਰਕੇ ਸ਼ਹੀਦੀ ਪਾਉਣ ਦਾ ਮਤਾ ਪਕਾ ਲਿਆ। ਮੰਨੂ ਦੀਆਂ ਫੌਜਾਂ ਵਿੱਚ ਕੌੜਾ ਮੱਲ ਵੀ ਹੈਗਾ ਸੀ, ਜੋ ਗੁਰੂ ਘਰ ਦਾ ਸਹਿਜਧਾਰੀ ਸਿੱਖ ਸੀ। ਅਦੀਨਾ ਬੇਗ ਦੀ ਮੈਂ ਬੇਨਤੀ ਕਰਾਂ ਕਿ ਸਹਿਜਧਾਰੀ ਦਾ ਮਤਲਬ ਹੈਗਾ ਕਿ ਉਹ ਸਿੱਖ ਨਹੀਂ ਸੀ, ਲੇਕਿਨ ਉਹ ਜਿਹੜਾ ਸਿੱਖਾਂ ਦੇ ਨਾਲ ਉਹ ਆਪਣੀ ਜਿਹੜੀ ਹੈ ਉਹ ਰੱਖਦਾ ਸੀ, ਪ੍ਰੇਮ ਪਿਆਰ ਰੱਖਦਾ ਸੀ, ਉਹਨਾਂ ਦੇ ਵੱਲ ਦੀ ਸੋਚਦਾ ਸੀ। ਅਦੀਨਾ ਬੇਗ ਦੀ ਫੌਜ ਵਿੱਚ ਸਰਦਾਰ ਜੱਸਾ ਸਿੰਘ ਜਿਹੜੇ ਹਨ ਉਹ ਰਾਮਗੜੀਏ ਵੀ ਆਪਣੇ 100 ਸਿਪਾਹੀਆਂ ਸਣੇ ਸੀ। ਉਸ ਦੀ ਇਸਤਰੀ ਨੇ ਜੋ ਹੈ ਉਹ ਜ਼ਿਕਰ ਕੀਤਾ ਹੈ ਕਿ ਉਸ ਨੂੰ ਪੰਥ ਵਿੱਚੋਂ ਕਿਸੇ ਕਾਰਨ ਜੋ ਹੈ ਛੇਕ ਦਿੱਤਾ ਗਿਆ ਸੀ, ਉਹ ਤੇ ਕੋਈ ਜਿਹੜੇ ਹਨ ਇਲਜ਼ਾਮ ਲੱਗੇ ਤਾਂ ਪੰਥ ਨੇ ਉਸ ਨੂੰ ਛੇਕ ਦਿੱਤਾ। ਉਹ ਅਦੀਨਾ ਬੇਗ ਪਾਸ ਨੌਕਰ ਜਾ ਹੋਇਆ। ਇੱਕ ਦਿਨ ਗੜੀ ਵਿਚਲੇ ਸਿੰਘਾਂ ਵਿੱਚੋਂ ਇੱਕ ਸਿੰਘ ਭੇਸ ਬਦਲ ਕੇ ਅਦੀਨਾ ਬੇਗ ਦੀ ਸੂਹ ਕੱਢਣ ਵਾਸਤੇ ਫੌਜ ਵਿੱਚ ਆਇਆ ਤਾਂ ਉਸਨੇ ਜੱਸਾ ਸਿੰਘ ਦੇ ਤੇ ਉਸਦੇ ਸਾਥੀਆਂ ਨੂੰ ਵੀ ਉੱਥੇ ਵੇਖਿਆ। ਸਿੰਘ ਨੇ ਕਿਹਾ, ਅੱਛਾ ਤੁਸੀਂ ਰਾਮ ਰੌਣੀ ਦੇ ਸਿੰਘਾਂ ਦੇ ਕਾਤਲ। ਇਹ ਸੁਣ ਕੇ ਜੱਸਾ ਸਿੰਘ ਤੇ ਉਹਦੇ ਸਾਥੀਆਂ ਦੇ ਨੇਤਰ ਭਰ ਆਏ। ਉਹਨਾਂ ਬੜੇ ਤਰਲੇ ਨਾਲ ਕਿਹਾ ਕਿ ਜਿਵੇਂ ਜਾਣੋ ਪੰਥ ਸਾਨੂੰ ਵਿਛੜਿਆਂ ਨੂੰ ਮਿਲਾ ਲਵੇ। ਅੱਗੋਂ ਸਿੰਘ ਨੇ ਉੱਤਰ ਦਿੱਤਾ ਕਿ ਅਸੀਂ ਤਾਂ ਸਾਰੇ ਕੱਲ ਨੂੰ ਸ਼ਹੀਦੀ ਪਾ ਜਾਵਾਂਗੇ। ਜੇ ਤੁਸੀਂ ਵੀ ਸਾਡੇ ਨਾਲ ਸ਼ਹੀਦੀ ਵਿੱਚ ਹਿੱਸੇਦਾਰ ਬਣਨਾ ਚਾਹੋ ਤਾਂ ਇਹਦਾ ਫਲ ਤੁਹਾਨੂੰ ਗੁਰੂ ਮਹਾਰਾਜ ਜ਼ਰੂਰ ਦੇਣਗੇ। ਇਹ ਸੁਣ ਕੇ ਸਾਰੇ ਸਿੰਘ ਸ਼ਹੀਦੀ ਵਾਸਤੇ ਤਿਆਰ ਹੋਏ ਬੈਠੇ ਨੇ। ਜੱਸਾ ਸਿੰਘ ਨੇ ਉਹਦੇ ਦਿਲ ਤੇ ਬੜੀ ਸੱਟ ਵੱਜੀ। ਉਹਨੇ ਚਿੱਠੀ ਲਿਖ ਕੇ ਤੀਰ ਨਾਲ ਬੰਨ ਕੇ ਗੜੀ ਦੇ ਅੰਦਰ ਭੇਜੀ ਕਿ ਪੰਥ ਮੇਰੀ ਭੁੱਲ ਬਖਸ਼ ਲਵੇ ਤਾਂ ਮੈਂ ਵੈਰੀ ਦਾ ਸਾਥ ਛੱਡ ਕੇ ਅੰਦਰ ਰਾਮ ਰੌਣੀ ਦੇ ਆਉਣ ਨੂੰ ਤਿਆਰ ਹਾਂ। ਸਿੰਘਾਂ ਨੇ ਅੰਦਰੋਂ ਤੀਰ ਨਾਲ ਹੀ ਬਣ ਕੇ ਉੱਤਰ ਕਲਿਆ, ਗੁਰੂ ਬਖਸ਼ਣਹਾਰ ਹੈ, ਤੂੰ ਚਾਹੇ ਤਾਂ ਇਸ ਵੇਲੇ ਪੰਥ ਦੀ ਸ਼ਰਨ ਆ ਸਕਦਾ ਹੈ। ਰਾਤੋਂ ਰਾਤ ਜੱਸਾ ਸਿੰਘ ਰਾਮਗੜੀਆ ਸਣੇ ਸਾਥੀਆਂ ਰਾਮ ਰੌਣੀ ਦੇ ਅੰਦਰ ਜਾ ਵੜਿਆ। ਉਹ ਆਪਣੇ ਨਾਲ ਕੋਈ ਖੁਰਾਕ ਤੇ ਜੰਗ ਦਾ ਸਮਾਨ ਵੀ ਲੈ ਗਿਆ। ਅੰਦਰਲੇ ਸਿੰਘਾਂ ਨੂੰ ਹੌਸਲਾ ਹੋ ਗਿਆ ਤਾਂ ਕੁਝ ਸਮਾਂ ਹੋਰ ਲੜਾਈ ਜਾਰੀ ਰੱਖਣ ਦੇ ਯੋਗ ਹੋ ਗਏ। ਸਰਦਾਰ ਜੱਸਾ ਸਿੰਘ ਨੇ ਕੌੜਾ ਮੱਲ ਨੂੰ ਸੁਨੇਹਾ ਭੇਜਿਆ ਕਿ ਜੇ ਤੂੰ ਕੋਈ ਚਾਰਾ ਕਰੇ ਤਾਂ ਅੰਦਰਲੇ 300 ਸਿੰਘਾਂ ਦੀ ਜਾਨ ਬਚ ਸਕਦੀ ਹੈ। ਐਨ ਉਸ ਵੇਲੇ ਖਬਰਾਂ ਪਹੁੰਚੀਆਂ ਕਿ ਅਬਦਾਲੀ ਚੜਿਆ ਆ ਰਿਹਾ ਹੈ। ਨਾਲ ਹੀ ਦਿੱਲੀ ਵੱਲੋਂ ਖਬਰ ਮਿਲੀ ਕਿ ਸਫਦਰ ਜੰਗ ਨਿਵਾਜ਼ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਕੇ ਭੇਜਿਆ ਜਾ ਰਿਹਾ ਹੈ। ਇਹਨਾਂ ਖਬਰਾਂ ਦੀ ਰੋਸ਼ਨੀ ਵਿੱਚ ਕੌੜਾ ਮੱਲ ਨੇ ਮੀਰ ਮਨੂੰ ਨੂੰ ਕਿਹਾ ਕਿ ਰਾਮ ਰੌਣੀ ਦਾ ਘੇਰਾ ਉਠਾ ਕੇ ਸਿੰਘਾਂ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਔਕੜਾਂ ਵਿੱਚ ਇਹਨਾਂ ਦੀ ਮਦਦ ਹਾਸਲ ਕੀਤੀ ਜਾ ਸਕੇ। ਸੋ ਮੀਰ ਮਨੂੰ ਨੇ ਇਹ ਸਲਾਹ ਮੰਨ ਲਈ। ਸੋ ਨਵੰਬਰ 1748 ਈਸਵੀ ਨੂੰ ਰਾਮ ਰੌਣੀ ਦਾ ਘੇਰਾ ਚੁੱਕਿਆ ਗਿਆ ਤੇ ਕੌੜਾ ਮੱਲ ਦੇ ਕਹਿਣ ਉੱਤੇ ਸਿੰਘਾਂ ਨੂੰ ਗੁਜ਼ਾਰੇ ਵਾਸਤੇ ਦਰਬਾਰ ਸਾਹਿਬ ਦੇ ਨਾਮ ਪਰਗਣਾ ਪੱਟੀ ਦੇ ਮਾਮਲੇ ਵਿੱਚੋਂ ਅੱਧਾ ਮਾਮਲਾ ਜ਼ਖੀਰ ਵਜੋਂ ਲਾ ਦਿੱਤਾ ਤੇ ਦਰਬਾਰ ਸਾਹਿਬ ਦੇ ਪੁਰਾਣੇ 12 ਪਿੰਡਾਂ ਦਾ ਜ਼ਬਤ ਹੋਇਆ ਮਾਮਲਾ ਵੀ ਬਹਾਲ ਕਰ ਦਿੱਤਾ। ਤੋ ਇਸ ਤਰ੍ਹਾਂ ਰਾਮ ਰੌਣੀ ਦੀ ਇਹ ਮੁਹਿੰਮ ਜਿਹੜੀ ਹੈ ਉਹ ਖਤਮ ਹੋਈ। ਤੋ ਅੱਜ ਦੀ ਵਿਚਾਰ ਨੂੰ ਇੱਥੇ ਹੀ ਸਮਾਪਤ ਕਰਨੇ ਹਾਂ। ਅੱਗੋਂ ਫਿਰ ਜੋ ਸਿੰਘਾਂ ਦੀ ਜਦੋਜਹਿਦ ਹੈ, ਆਪਨੇ ਦੇਖਿਆ ਕਿੰਨੀ ਬਹਾਦਰੀ, ਕਿੰਨੇ ਤਿਆਗ ਨਾਲ, ਬਲਿਦਾਨ ਦੇ ਨਾਲ, ਔਰ ਕਿੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ ਔਰ ਫਿਰ ਪਲਟ ਕੇ ਆਪਣੇ ਦੁਸ਼ਮਣ ਦੇ ਉੱਪਰ ਜਿਹਦੇ ਤੋਂ ਭੱਜਦੇ ਭਜਾਉਂਦੇ ਆ ਰਹੇ ਸਨ ਉਹਨੂੰ ਅਟੈਕ ਕਰਕੇ ਰਾਤ ਨੂੰ ਤੇ ਉਹਨੂੰ ਨੁਕਸਾਨ ਕੀਤਾ ਤੇ ਆਪਣਾ ਰਾਸ਼ਨ ਪਾਣੀ ਔਰ ਗੋਲਾ ਬਰੂਦ ਔਰ ਘੋੜੇ ਲੈ ਕਰਕੇ ਉੱਥੋਂ ਆ ਗਏ। ਤੋ ਇਹ ਸਨ ਸਾਡੇ ਪੁਰਾਤਨ ਸਿੰਘ ਜਿਨ੍ਹਾਂ ਦੀ ਬਹਾਦਰੀ ਔਰ ਸਦਕਾ ਇਹ ਜਿਹੜੀਆਂ ਹਨ ਸਿੱਖ ਰਾਜ ਦੀਆਂ ਜਿਹੜੀਆਂ ਹਨ ਉਹ ਵਿਉਂਤਾਂ ਜਿਹੜੀਆਂ ਹਨ ਉਹ ਕਾਮਯਾਬ ਹੋਈਆਂ। ਤੋ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਦੋਹਾ ਜੋੜ ਕੇ ਖਿਮਾ ਮੰਗਦਾ ਹਾਂ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।